ਸਭ ਤੋਂ ਪਹਿਲਾਂ ਵਿਨੇ ਹਰੀ ਜੀ ਸ਼ੁਰੂਆਤ ਤੁਹਾਡੇ ਤੋਂ ਸਿੱਧੇ ਤੌਰ ਦੇ ਉੱਤੇ ਬੱਚਿਆਂ ਦੇ ਉੱਤੇ ਕਿਵੇਂ ਇਫੈਕਟ ਆਏਗਾ। ਮੈਂ ਸੌਖੇ ਸ਼ਬਦਾਂ ਦੇ ਵਿੱਚ ਜਿਹੜੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਉਹਨਾਂ ਤੱਕ ਗੱਲ ਪਹੁੰਚੇ, ਕਿੰਨੇ ਲੱਖ ਹੋਰ ਅਰੇਂਜ ਕਰਨੇ ਪੈਣਗੇ? ਮੈਂ ਸਿੱਧੇ ਸ਼ਬਦਾਂ ਦੇ ਵਿੱਚ ਇਸ ਕਰਕੇ ਪੁੱਛ ਰਿਹਾ ਕਿਉਂਕਿ ਅੱਜ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਵੀ ਜੁੜੇ ਹੋਣਗੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਦੌਰਾਨ, ਤਾਂ ਉਹ ਵੀ ਸਮਝਣਾ ਚਾਹਣਗੇ ਕਿ ਕੁੱਲ ਮਿਲਾ ਕੇ ਇਹ ਦੱਸੋ ਸਾਨੂੰ ਕਿ ਹੋਰ ਕਿੰਨੇ ਲੱਖ ਅਸੀਂ ਅਰੇਂਜ ਕਰੀਏ ਜੇ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਭੇਜਣਾ ਸਟੱਡੀ ਵਾਸਤੇ। ਲੱਖ ਤਾਂ ਜਿੰਨੇ ਕੁ ਮਰਜ਼ੀ ਰੇਂਜ ਕਰ ਲਓ ਜੀ, ਬਟ ਪਿਛਲੇ 6 ਮਹੀਨਿਆਂ ਤੋਂ ਦੇਖੀਏ ਤਾਂ ਲੋਕਾਂ ਦਾ ਰੁਝਾਨ ਘਟਿਆ ਵਾ ਕੈਨੇਡਾ ਜਾਣ ਦਾ। ਹਰ ਇੱਕ ਬੱਚੇ ਨੂੰ ਇੱਕ ਚੀਜ਼ ਕਲੀਅਰ ਹੋ ਗਈ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਹੁਣ। ਠੀਕ ਹੈ, ਹੁਣ ਬੱਚਾ ਆਂਦਾ ਪਹਿਲਾਂ ਉਹਦਾ ਇੱਕ ਕੰਸਰਨ ਇਹੀ ਹੁੰਦਾ ਕਿ ਸਰ ਨਾ ਤਾਂ ਉੱਥੇ ਜੌਬ ਹੈ ਤੇ ਮੈਂ ਪੈਸੇ ਕਿੱਥੋਂ ਕੱਢਾਂਗਾ ਜੀ। ਜਿਹੜਾ ਕੰਮ ਪਹਿਲਾਂ 15 ਲੱਖ ਚ ਹੁੰਦਾ ਸੀ ਹੁਣ ਉਹ ਕੰਮ 25 ਲੱਖ ਚ ਹੋਣਾ। ਔਰ ਨੌਕਰੀਆਂ ਉੱਥੇ ਹੈ ਨਹੀਂ ਗੀਆਂ। ਬੱਚੇ ਇੱਥੋਂ ਜਾਂਦੇ ਆ ਕੰਮ ਕਰਨ ਦੇ ਲਾਲਚ ਚ ਕਿ ਅਸੀਂ ਕੰਮ ਕਰ ਲਾਂਗੇ, ਸਾਨੂੰ ਰੁਜ਼ਗਾਰ ਮਿਲ ਜਾਏਗਾ। ਹੁਣ ਦੁਨੀਆ ਇੰਨੀ ਕਿ ਜ਼ਿਆਦਾ ਚਲੇ ਗਈ ਆ ਵੀ ਹੁਣ ਕੰਪੀਟੀਸ਼ਨ ਆਪਣਿਆਂ ਦੇ ਨਾਲ ਹੈ। ਤੇ ਜਦੋਂ ਕੰਪੀਟੀਸ਼ਨ ਇਸ ਦਰ ਤੇ ਵੱਧ ਜਾਏਗਾ, ਹਰ ਸਾਲ ਲੱਖਾਂ ਲੋਕ ਜਾਣਗੇ ਜੀ, ਤੇ ਹਾਲਾਤ ਤਾਂ ਬਹੁਤ ਖਰਾਬ ਨੇ ਜੀ। ਬੱਚਿਆਂ ਨੂੰ ਹਰ ਰੋਜ਼ ਅਸੀਂ ਵੀ ਸਮਝਾਉਂਦੇ ਆ, ਬਟ ਇਹ ਹੈ ਵੀ ਹੁਣ ਇੱਕ ਚੀਜ਼ ਨਸ਼ਾ ਕਿਸੇ ਨੂੰ ਲੱਗ ਜਵੇ ਤਾਂ ਹਟਦਾ ਨਹੀਂ ਜੀ ਪਿੱਛੇ। ਜਿਹਦਾ ਇੱਕ ਬੱਚਾ ਚਲਾ ਗਿਆ ਉਹ ਦੂਜੇ ਨੂੰ ਭੇਜਣ ਨੂੰ ਫਿਰਦਾ, ਜਿਹਦੇ ਦੋ ਚਲੇ ਗਏ ਉਹ ਆਪ ਜਾਣ ਨੂੰ ਫਿਰਦਾ। ਇੱਕ ਭੇਡ ਚਾਲ ਇਹੋ ਜਿਹੀ ਚੱਲੀ ਆ ਵੀ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਕੈਨੇਡਾ ਜਾ ਕੇ ਸਾਡੀ ਜ਼ਿੰਦਗੀ ਬਣ ਜਾਣੀ ਹੈ, ਜਦਕਿ ਉੱਥੇ ਹਾਲਾਤ ਇਦਾਂ ਦੇ ਨੇ ਵੀ ਉੱਥੇ ਰਹਿਣਾ ਔਖਾ ਵਾ। ਅੱਜ ਦੀ ਡੇਟ 'ਚ ਬੇਸਮੈਂਟਾਂ ਹੀ 4-4 5-5 ਹਜ਼ਾਰ ਡਾਲਰ ਤੇ ਮਿਲਦੀਆਂ ਪਈਆਂ, ਜਿਹਦਾ 800,000 ਡਾਲਰ ਪਹਿਲਾਂ ਕਿਰਾਇਆ ਹੁੰਦਾ ਸੀ। ਠੀਕ ਹੈ, ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ। ਨਹੀਂ ਠੀਕ ਹੈ, ਉਹ ਇੱਕ ਦੋ ਐਂਗਲ ਹੋ ਗਏ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਇੱਕ ਤਾਂ ਕਿ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ। ਹੁਣ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਨੇ ਪਹਿਲਾਂ ਹੀ ਬਹੁਤ ਤਰੀਕੇ ਨਾਲ ਪਲਾਨ ਕਰ ਲਿਆ ਹੋਏਗਾ ਕਿ ਨਹੀਂ ਅਸੀਂ ਤਾਂ ਕੈਨੇਡਾ ਹੀ ਜਾਣਾ ਹੈ, ਉੱਥੇ ਜਾ ਕੇ ਅਸੀਂ ਆਪਣਾ ਭਵਿੱਖ ਦੇਖਣਾ, ਉੱਥੇ ਜੋ ਹੋਏਗਾ ਦੇਖ ਲਾਂਗੇ। ਉਹਨਾਂ ਦੇ ਲਈ ਮੈਂ ਇਸ ਕਰਕੇ ਪੁੱਛ ਰਿਹਾ ਸੀਗਾ ਕਿ ਹੁਣ ਉਹ ਜਾਣਾ ਤਾਂ ਚਾਹੁੰਦੇ ਨੇ ਪਰ ਪੈਸੇ ਆਲਰੇਡੀ ਉਹਨਾਂ ਨੇ 15-18 ਲੱਖ ਇਕੱਠਾ ਕਰ ਲਿਆ ਸੀ। ਹੁਣ ਨਵਾਂ ਰੂਲ ਆ ਗਿਆ ਤਾਂ 5-7 ਲੱਖ ਹੋਰ ਇਕੱਠਾ ਕਰਨਾ ਪੈਣਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਕੁਝ ਅੰਕੜੇ ਅਸੀਂ ਇਹ ਵੀ ਦਿਖਾ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ 2018 ਤੋਂ ਲੈ ਕੇ ਹੁਣ ਤੱਕ ਜਿਹੜੀ ਵਿਦੇਸ਼ਾਂ ਦੇ ਵਿੱਚ ਮੌਤਾਂ ਹੋਈਆਂ ਨੇ, ਮੈਂ ਇਸ ਕਰਕੇ ਅੰਕੜਾ ਦਿਖਾ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇਹ ਫਿਗਰਸ ਸਾਹਮਣੇ ਆਈਆਂ, ਉਹ ਚਿੰਤਾ ਨੂੰ ਵਧਾਉਂਦੀਆਂ ਨੇ। ਅਸੀਂ ਫੋਕਸ ਕਰਾਂਗੇ ਨਵੇਂ ਰੂਲਸ ਦੇ ਉੱਤੇ। ਮੈਂ ਰੁਕ ਕਰਦਾ ਸਾਡੇ ਨਾਲ ਇਸ ਸਮੇਂ ਕੈਨੇਡਾ ਟੋਰਾਂਟੋ ਤੋਂ ਜੁੜੇ ਹੋਏ ਨੇ ਰਵਿੰਦਰ ਪੰਨੂ ਜੀ। ਸਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ। ਇਹ ਪੂਰੇ ਨਵੇਂ ਰੂਲਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਉੱਥੇ, ਔਰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨਾ ਇੰਪੈਕਟ ਹੋਏਗਾ? ਸਾਡੇ ਨਾਲ ਜਿਹੜੇ ਐਕਸਪਰਟ ਜੁੜੇ ਹੋਏ ਨੇ ਉਹਨਾਂ ਦੀ ਆਵਾਜ਼ ਉਮੀਦ ਹੈ ਤੁਹਾਡੇ ਤੱਕ ਪਹੁੰਚੀ ਹੋਏਗੀ। ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਕੈਨੇਡਾ 'ਚ ਇਸ ਸਮੇਂ ਸਥਿਤੀ ਬਹੁਤ ਖਰਾਬ ਹੈ ਕਿ ਜਿਹੜੇ ਉੱਥੇ ਬੱਚੇ ਜਾ ਰਹੇ ਨੇ, ਕੋਈ ਬੇਸਮੈਂਟ 'ਚ ਰਹਿੰਦਾ ਹੈ, ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਰੋਟੀ ਖਾ ਕੇ ਗੁਜ਼ਾਰਾ ਕਰ ਰਿਹਾ ਹੈ। ਥੋੜਾ ਜਿਹਾ ਸਮਝਾਓ ਸਥਿਤੀ ਵੀ, ਤੇ ਇਸ ਪੂਰੇ ਨਵੇਂ ਰੂਲਸ ਨੂੰ ਲੈ ਕੇ ਉੱਥੇ ਕਿਹੋ ਜਿਹਾ ਰੁਝਾਨ ਹੈ ਬੱਚਿਆਂ ਦੇ ਵਿੱਚ ਤੇ ਉੱਥੇ ਦੇ ਜਿਹੜੇ ਇੰਡੀਅਨਸ ਹੈ ਉਹਨਾਂ ਦੇ ਵਿੱਚ। ਪੰਨੂ ਜੀ ਮੇਰੇ ਤੱਕ ਆਵਾਜ਼ ਤੁਹਾਡੀ ਨਹੀਂ ਆ ਰਹੀ, ਸ਼ਾਇਦ ਤੁਸੀਂ ਮਿਊਟ ਕੀਤਾ ਹੋਏਗਾ, ਅਨਮਿਊਟ ਕਰ ਲਓ ਇਫ ਪੋਸੀਬਲ। ਨਹੀਂ ਸਰ ਹਜੇ ਵੀ ਆਵਾਜ਼ ਨਹੀਂ ਪਹੁੰਚ ਰਹੀ ਤੁਹਾਡੀ ਨਾ ਸਾਡੇ ਤੱਕ। ਮੈਂ ਆਪਣੀ ਟੀਮ ਨੂੰ ਕਹਿਣਾ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਗੇ, ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਉੱਥੇ ਕੀ ਇਸ ਸਮੇਂ ਮਾਹੌਲ ਹੈ ਉਹ ਸਮਝਣ ਦੀ ਕੋਸ਼ਿਸ਼ ਕਰੀਏ। ਸਾਡੇ ਨਾਲ ਪ੍ਰੋਫੈਸਰ ਗੁਰਮੀਤ ਸਿੰਘ ਜੀ ਵੀ ਜੁੜੇ ਹੋਏ ਨੇ, ਮੈਂ ਉਹਨਾਂ ਦਾ ਰੁਖ ਕਰਦਾ। ਪ੍ਰੋਫੈਸਰ ਸਾਹਿਬ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖ ਰਹੇ ਹੋ? ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਵਿਦੇਸ਼ ਜਾਣ ਬਾਰੇ ਸੋਚ ਹੀ ਕਿਉਂ ਰਹੇ ਹਾਂ, ਕਿਉਂ ਇਸ ਦੇ ਉੱਤੇ ਜਿਹੜੀ ਗੱਲਬਾਤ ਹੋ ਰਹੀ ਹੈ ਕਿ ਉੱਥੇ ਫੀਸ ਵਧਾ ਦਿੱਤੀ। ਜੇ ਆਪਾਂ ਬਹੁਤ ਜਾਣ ਦਾ ਰੁਝਾਨ ਨਾ ਹੁੰਦਾ ਤਾਂ ਸ਼ਾਇਦ ਫੀਸਾਂ ਨੂੰ ਲੈ ਕੇ ਕੋਈ ਟੈਨਸ਼ਨ ਵੀ ਨਾ ਹੁੰਦੀ। देखो जी, हम चाहे जितनी बात कर लें रंगला पंजाब बन गया या क्वालिटी एजुकेशन की, बट सच्चाई यही है कि लोग अपना परिवार छोड़ के अपनी ज़मीनें बेचकर पंजाब से जाते हैं कनाडा एक रोजगार की तलाश में प्राइमरीली, है ना। अच्छी जिंदगी तो जैसे आपने खुद कहा और अभी हमारे साथी कह रहे थे बहुत मुश्किल है बाहर जो जिंदगी है। हमने भी कुछ देशों में देखा है जाके कि किस तरीके से बच्चे रहते हैं, कैसे उन्हें काम करना पड़ता है, कितनी अधिक उन्हें मेहनत करनी पड़ती है। 2-2 शिफ्टों में वो काम करते हैं, साथ में पढ़ाई करते हैं, ऊपर से अलग रूल्स, है ना। और आप जानते हो कि पंजाब से जो लोग लीगली नहीं जा सकते बाहर, वो इलीगली जाते हैं। कितनी ट्रेजेडीज होती हैं रास्ते में, उनको कई बार ठग लिया जाता है। इवन शादियों का एक बहुत बड़ा गोरख धंधा है जो कितनी जिंदगियां उसमें तबाह होती हैं। तो बहुत अनफॉर्चुनेट है। और ये बात आपकी सही है कि अगर उन्हें देश में अवसर मिले, देश में अगर उनको मौके मिले, रोजगार मिले, एक इज्जत की जिंदगी मिले, तो वो क्यों जाएंगे अपने घर बार को छोड़। और कनाडा
पंजाब के लिए आप जानते हो कि पिछले कई सालों से नंबर 1 डेस्टिनेशन रहा है। बिल्कुल। ऐसे तो और यूरोप में भी लोग जाते हैं, ऑस्ट्रेलिया भी जाते हैं, लेकिन कनाडा, और लंबे समय तक कनाडा को वाकई में ये भी माना जाता रहा कि चाहे हैप्पीनेस का इंडेक्स हो या और अमेरिका की तुलना अगर आप करो तो वहां पर एक इजी लाइफ कंपैरेटिवली अमेरिका की तुलना में मानी जाती रही थी। लेकिन पिछले कुछ साल से, पिछले कुछ समय से जिस तरह का माहौल रहा है, जैसे आपने शुरू में बात करा कि इसका कोई संबंध है या नहीं है, निश्चित ही संबंध है। देखिए, राजनीति किसी भी चीज से मुक्त नहीं होती जी। हर चीज में राजनीति का असर तो पड़ता ही है। तो जो कनाडा के प्रधानमंत्री के कुछ बयान आए, फिर भारत के प्रधानमंत्री, फिर जब वो G20 में आए थे, आपने देखा होगा, बिल्कुल, तब भी एक प्रकार की जो रिश्तों में जो ठंडापन था वो रहा है। अदरवाइज तो कई चीजें ठीक हो जाती हैं। और कई देखिए सर, इसमें ये भी पॉइंट है, मैं बीच में ऐड करवाना चाह रहा हूं आपसे, क्योंकि जो रूल्स हैं वो तो सबके लिए कर दिए गए, सिर्फ स्पेसिफिकली इंडियंस के लिए नहीं है वो रूल्स। तो कोई भी कंट्री से अगर वहां पर जा रहा है तो कनाडा में उसको इस तरह से ज्यादा फंड दिखाना होगा। देखिए, पहली बात तो ये कि इंडिया से एक बहुत बड़ा प्रतिशत, अभी आपने खुद ही कहा, वहां पे जाता था। बिल्कुल। अन्य देशों से जो लोग जाते हैं वो उन कारणों से उतने लोग नहीं जाते होंगे जो पाकिस्तान से, या अगर आप और जो दक्षिण एशियाई जो हमारे देश है वहां से, लेकिन भारत का एक बड़ा प्रतिशत था कोई डाउट जाने वाला। बिल्कुल। दूसरी बात, जैसे आपने खुद ही अपने स्टार्टिंग जो आपके पॉइंट्स थे उनमें आपने बोला कि एकदम से डबल हो गया है। अभी भी जैसे मैंने आपको बताया, आप जानते हो पंजाब में जमीनें बेच के बच्चों को भेजा जाता है। आपकी वीडियो नहीं दिखाई दे रही। तो डबल अगर हो जाएगा, एक झटके में डबल हो जाएगा तो उससे फर्क पड़ता है। हाँ, एक बात मैं आपको और बताऊं कि ये एक तरफा नुकसान नहीं है। आप जानते हो कि कनाडा जब बच्चे जाते हैं तो उससे कनाडा की सरकार को भी बहुत इनकम होती है। बिल्कुल। जो वहां पर वो फीस देते हैं, क्योंकि उनकी जो फीस है वो भी ज्यादा होती है जो उनके लोकल बच्चे हैं उनकी तुलना में। बिल्कुल। तो अगर कनाडा ने ये स्टेप उठाया है तो ठीक है, भारत के बच्चे तो जो है उनको हो सकता है कुछ उसमें नंबर में कमी आए, लेकिन साथ के साथ जो एक रेगुलर इनकम है, फिर क्या होता है जब कोई वहां रहता है तो नेचुरली वो वहां टैक्स देता है और चीजें भी होती हैं। ऐसा नहीं होता, एक वर्कफोर्स है। कनाडा भी आप जानते हो, या कोई भी देश जब किसी को बुलाता है तो इसलिए नहीं बुलाता कि उसका दिल बहुत बड़ा इसलिए बुलाता है, वो भी अपनी जरूरतों के मुताबिक बुलाता है। बिल्कुल। आप जानते हो यहाँ से जो लोग जाते हैं, जो ट्रक चलाते हैं, वहां पर जो हैवी व्हीकल्स हैं वो चलाते हैं, तो उनको भी वो वर्कफोर्स की जरूरत है। कई देशों में, हमारे यहाँ से नर्सिंग में लोग जाते हैं, आप जानते हो, ठीक है, मिडिल ईस्ट में साउथ से जाते हैं, तो वो अपनी जरूरतों के मुताबिक बुलाते हैं। नहीं बिल्कुल, वो तो देखिए जो वहां के जाके कॉलेज में एडमिशन भी ले रहे हैं तो एक मोटी रकम कॉलेजेस को भी देनी पड़ती है, तो वो भी कॉलेजेस का बिजनेस भी वहां पर चल रहा है। सर मैं आपके पास वापस आता हूं। साडे नाल पन्नू जी दोबारा जुड़ चुके ने। सर उम्मीद है ਤੁਹਾਡੀ आवाज साडे तक पहुंचेगी, ਤੁਸੀਂ अपनी गल रख सकते हो। जी थैंक यू जी गौरव जी। ਗੈਸਟਾਂ ਨੇ ਬਿਲਕੁਲ ਠੀਕ ਕਿਹਾ, ਪਰ ਆਪਾਂ ਨੂੰ ਅੰਡਰਸਟੈਂਡ ਕਰਨਾ ਪਵੇਗਾ ਕਿ ਜਦੋਂ ਅਸੀਂ ਇੰਡੀਆ ਤੋਂ ਕੈਨੇਡਾ ਆਉਂਦੇ ਆ, ਸਾਡਾ ਪਰਪਸ ਕੀ ਹੈ? ਪਰਪਸ ਹੈ ਸਟੱਡੀ ਦਾ, ਨਾ ਕਿ ਕੰਮ ਕਰਦਾ। ਇੱਕ ਪ੍ਰਵੇਲ ਕੀਤਾ ਗਵਰਨਮੈਂਟ ਆਫ ਕੈਨੇਡਾ ਨੇ ਕਿ ਕੁਝ ਸਮਾਂ ਲੋਕੀ ਕੰਮ ਕਰ ਸਕਦੇ ਹਨ। ਪਹਿਲੋਂ ਆਪਾਂ ਨੂੰ ਮੇਕ ਸ਼ੋਰ ਇਹ ਕਰਨਾ ਪਵੇਗਾ ਕਿ ਕੀ ਜਿਹੜਾ ਬੱਚਾ ਪੜ੍ਹਨ ਜਾ ਰਿਹਾ ਹੈ ਉਹ ਪੜ੍ਹਨ ਜਾ ਰਿਹਾ ਹੈ ਜਾਂ ਫਿਰ ਉਹ ਕੰਮ ਵਾਸਤੇ ਜਾ ਰਿਹਾ ਹੈ। ਜੇਕਰ ਕੰਮ ਕਰਨ ਵਾਸਤੇ ਆਉਣਾ ਵਾ ਦੈਨ ਡਿਫਰੈਂਟ ਕੈਟਾਗਰੀ ਦੇ ਵਿੱਚ ਆਉਣਾ ਚਾਹੀਦਾ, ਵਰਕ ਪਰਮਿਟ ਤੇ ਆਉਣਾ ਚਾਹੀਦਾ, ਜਾਂ ਹੋਰ ਜਿਹੜੇ ਵੱਖ-ਵੱਖ ਕੈਟਾਗਰੀ ਉਹ ਹੈ। ਸੋ ਇਸ ਵੇਲੇ ਕੈਨੇਡਾ ਦੇ ਵਿੱਚ ਜੌਬਾਂ ਜ਼ਰੂਰ ਘਟੀਆਂ ਹਨ, ਇਹ ਟੈਂਪਰੇਰੀ, ਕਿਉਂਕਿ ਘਰਾਂ ਦੀਆਂ ਕੀਮਤਾਂ ਬਹੁਤ ਵੱਧ ਰਹੀਆਂ ਸਨ। ਰਿਸੈਸ਼ਨ ਆ ਰਿਹਾ ਹੈ ਲੇਕਿਨ ਵੈਰੀ ਕਲੋਜ਼ ਹੈ। ਜੋ ਇਨਫਲੇਸ਼ਨ ਵਧਿਆ, ਇਨਫਲੇਸ਼ਨ ਕਰਕੇ ਇੰਟਰਸਟ ਰੇਟ ਵਧੇ, ਉਹਨਾਂ ਦੇ ਕਰਕੇ ਘਰਾਂ ਦੀਆਂ ਕੀਮਤਾਂ ਤੇ ਜਿਹੜਾ ਅਸਰ ਪਿਆ। ਬੇਸਮੈਂਟ ਜਿਹੜੀ ਆ ਠੀਕ ਹੈ ਕਿ ਉਹ $2000 ਤੱਕ ਅੱਜ ਮਿਲਦੀ ਹੈ, ਪੂਰਾ ਘਰ $4,000 ਤੋਂ $5,000 ਤੱਕ ਮਿਲਦਾ ਹੈ। ਸੋ ਸਾਨੂੰ ਅੰਡਰਸਟੈਂਡ ਕਰਨਾ ਪਵੇਗਾ ਕਿ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਦੇ ਹਨ ਉਹਨਾਂ ਕੋਲ ਇਨਫ ਮਨੀ ਹੈ ਕਿ ਬੱਚਿਆਂ ਦੀ ਸਪੋਰਟ ਕਰਨ। ਜੇਕਰ ਬੱਚਿਆਂ ਨੇ ਪੜ੍ਹਨ ਆਉਣਾ ਵਾ, ਉਹਨਾਂ ਨੂੰ 12 ਗ੍ਰੇਡ ਜੋ 10+12 ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਥੇ ਆਉਣਾ ਚਾਹੀਦਾ। ਪਰਪਸ ਸਾਡਾ ਕੀ ਹੈ, ਸਾਨੂੰ ਇਹ ਪੁਆਇੰਟ ਆਊਟ ਕਰਨ ਦੀ ਜ਼ਰੂਰਤ ਹੈ, ਨਾ ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਮਾੜਾ ਕਹੀਏ, ਪੇਰੈਂਟਸ ਨੂੰ ਮਾੜਾ ਕਹੀਏ ਜਾਂ ਕੈਨੇਡਾ ਨੂੰ ਮਾੜਾ ਕਹੀਏ। ਸਾਡਾ ਪਰਪਸ ਕੀ ਹੈ? ਜੇਕਰ ਪੜ੍ਹ ਕੇ ਵਾਪਸ ਚਲੇ ਜਾਣਾ ਵਾ ਦੈਨ ਇਟਸ ਗੁੱਡ। ਬਹੁਤ ਸਾਰੇ ਕੰਟਰੀਆਂ ਤੋਂ ਬੱਚੇ ਇੱਥੇ ਆਉਂਦੇ ਹਨ, ਉਹਨਾਂ ਦੀਆਂ ਗਵਰਨਮੈਂਟਾਂ ਉਹਨਾਂ ਨੂੰ ਸਪੋਰਟ ਕਰਦੀਆਂ ਹਨ ਕਿ ਤੁਸੀਂ ਵਾਪਸ ਸਾਡੇ ਦੇਸ਼ ਆ ਜਾਓ, ਤੁਹਾਨੂੰ ਅਸੀਂ ਇੰਨਾ ਪੈਸਾ ਦੇਵਾਂਗੇ, ਤੁਸੀਂ ਪੜ੍ਹ ਜਾਓ, ਪੜ੍ਹ ਕੇ ਵਾਪਸ ਆ ਜਾਓ, ਤੁਹਾਨੂੰ ਅਸੀਂ ਜੌਬ ਦੇਵਾਂਗੇ। ਜੇਕਰ ਭਾਰਤ ਦੇ ਵਿੱਚ ਜੌਬਾਂ ਹੋਣ ਤੇ ਪਹਿਲੀ ਗੱਲ ਇੱਥੋਂ ਭਾਰਤ ਚੋਂ ਬੱਚਿਆਂ ਨੂੰ ਕੈਨੇਡਾ ਆਉਣ ਦੀ ਕੋਈ ਜ਼ਰੂਰਤ ਨਹੀਂ ਗੀ। ਜੇਕਰ ਜੌਬਾਂ ਨਹੀਂ ਹਨ ਤੇ ਬੱਚਿਆਂ ਨੇ ਕੋਈ ਨਾ ਕੋਈ ਆਪਣਾ ਫਿਊਚਰ ਦੇਖਣ ਵਾਸਤੇ ਬਾਹਰਲੇ ਦੇਸ਼ਾਂ ਨੂੰ ਹੀਰਾਂ ਘੱਤਣੀਆਂ।
ਸੋ ਇਹ ਅੰਡਰਸਟੈਂਡ ਪੇਰੈਂਟਸ ਨੂੰ ਕਰਨਾ ਚਾਹੀਦਾ, ਸਿਸਟਮ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ, ਇਨਸਟੈਡ ਆਫ ਕਿ ਆਪਾਂ ਬਲੇਮ ਕਰੀਏ। ਵੇਖੋ ਕੰਸਲਟੈਂਟ ਬਹੁਤ ਹਨ ਇੰਡੀਆ ਦੇ ਵਿੱਚ, ਤੇ ਬਹੁਤ ਸਾਰੀਆਂ ਜੌਬਾਂ ਡਿਊ ਟੂ ਕੈਨੇਡਾ ਇੱਥੇ ਕ੍ਰੀਏਟ ਹੋਈਆਂ ਹਨ। ਸੋ ਉਸ ਨੂੰ ਪ੍ਰੋਪਰ ਢੰਗ ਨਾਲ ਗਾਂਹ ਵਧਾਈ ਰਹਿਣਾ, ਕੈਨੇਡਾ ਦੇ ਨਾਲ ਇੰਡੀਆ ਦੇ ਰਿਲੇਸ਼ਨ ਗੁੱਡ ਰਹਿਣ। ਤੇ ਇੱਕ ਕੈਨੇਡਾ ਗੁੱਡ ਧਰਤੀ ਹੈ, ਲੇਕਿਨ ਇੱਥੇ ਰੀਅਲ ਲਾਈਫ ਹੈ, ਰੀਅਲ ਸਟਰਗਲ ਹੈ। ਜਦੋਂ ਮੈਂ ਅੱਜ ਤੋਂ 37 ਸਾਲ ਪਹਿਲਾਂ ਆਇਆ ਸੀਗਾ, $2.5 ਤੇ ਜੌਬ ਕੀਤੀ, ਅੱਜ ਅਸੀਂ ਸਾਰਾ ਕੁਝ ਆਪਣਾ ਇੱਥੇ ਰਹਿ ਰਹੇ ਹਾਂ ਗੁੱਡ, ਲੇਕਿਨ ਇੱਥੇ ਰੀਅਲ ਲਾਈਫ ਹੈ। ਓਵਰਨਾਈਟ ਮਿਲੀਅਨਰ ਨਹੀਂ ਬਣਿਆ ਜਾ ਸਕਦਾ। ਸੋ ਮੇਕ ਸ਼ੋਰ ਕਿ ਪੇਰੈਂਟਸ ਸਿਸਟਮ ਅੰਡਰਸਟੈਂਡ ਕਰੇ, ਮੀਡੀਆ ਅੰਡਰਸਟੈਂਡ ਕਰੇ, ਐਜੂਕੇਟ ਲੋਕਾਂ ਨੂੰ ਕਰੇ ਕਿ ਹਾਂ ਜੇਕਰ ਬੱਚਾ ਭੇਜਣਾ ਹੈ, ਉਹਨੂੰ ਪੜ੍ਹਨ ਵਾਸਤੇ ਭੇਜਣਾ ਹੈ, ਉਹਦੇ ਲਈ ਬੈਕਅਪ ਫਾਈਨਾਂਸ ਜਿਹੜਾ ਵਾ ਇਨਫ ਰਿਸੋਰਸ ਚਾਹੀਦੇ ਹਨ, ਤਾਂ ਕਿ ਬੱਚੇ ਨੂੰ ਕੈਨੇਡਾ ਆਣ ਕੇ ਧੱਕੇ ਨਾ ਖਾਣੇ ਪੈਣ, ਲੋਕਾਂ ਦੇ ਤਰਲੇ ਨਾ। ਇਹਨਾਂ ਪੈਸਾ ਚਾਹੀਦਾ ਵਾ ਜੇਕਰ ਬੱਚੇ ਨੂੰ। ਮੈਂ ਸਰ ਦੇਖੋ, ਮੈਂ ਇੱਕ ਹੋਰ ਸਵਾਲ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹੋ ਲਾਜ਼ਮੀ ਤੌਰ ਤੇ, ਪਰ ਇੱਕ ਪ੍ਰੈਕਟੀਕਲ ਮੈਂ ਪੰਜਾਬ ਦੇ ਵਿੱਚ ਬੈਠ ਕੇ ਅੱਜ ਗੱਲ ਕਰ ਰਹੇ ਹਾਂ, ਤੁਸੀਂ ਕੈਨੇਡਾ ਦੇ ਵਿੱਚੋਂ 30-35 ਸਾਲ ਤੋਂ। ਦੇਖੋ ਪੰਜਾਬ ਦੇ ਵਿੱਚ ਇੱਕ ਧਾਰਨਾ ਇੱਥੇ ਜ਼ਰੂਰ ਹੈ, ਹੁਣ ਆਪਾਂ ਇੱਥੇ ਜੌਬਸ ਨਹੀਂ ਹੈ ਜਾਂ ਇੱਥੇ ਜੌਬਸ ਮਿਲ ਨਹੀਂ ਰਹੀਆਂ, ਦੋਵੇਂ ਚੀਜ਼ਾਂ ਹੈ। ਇੱਥੇ ਜਿਹੜੇ ਲੋਕ ਪੜ੍ਹ ਲਿਖ ਕੇ ਨੌਕਰੀਆਂ ਕਰ ਰਹੇ ਨੇ ਉਹ ਸੈਟਲ ਵੀ ਹੈਗੇ ਨੇ, ਐਸਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੋਈ ਸੈਟਲ ਨਹੀਂ ਹੈ ਜਾਂ ਦੇਸ਼ ਦੇ ਵਿੱਚ ਕੋਈ ਸੈਟਲ ਨਹੀਂ। ਕੋਈ ਪੰਜਾਬ ਦੇ ਮੁੰਡੇ ਕੁੜੀਆਂ ਜਾ ਕੇ ਕੋਈ ਬੈਂਗਲੌਰ ਨੌਕਰੀ ਕਰ ਰਹੇ, ਕੋਈ ਪੁਣੇ ਨੌਕਰੀ ਕਰ ਰਿਹਾ, ਕੋਈ ਗੁੜਗਾਉਂ ਨੌਕਰੀ ਕਰ ਰਿਹਾ, ਇਹ ਸਭ ਪੋਸੀਬਿਲਿਟੀਜ਼ ਹੈਗੀਆਂ। ਮੈਂ ਦਰਅਸਲ ਇਹ ਸਮਝਣਾ ਚਾਹ ਰਿਹਾ, ਇੱਕ ਇਹ ਵੀ ਪੁਆਇੰਟ ਹੈ ਕਿ ਜਿਹੜੇ ਕੈਨੇਡਾ ਜਾਂਦੇ ਨੇ ਉਹਨਾਂ ਦੇ ਵਿੱਚ ਮੈਜੋਰਿਟੀ ਉਹਨਾਂ ਦੀ ਹੁੰਦੀ ਹੈ ਜਿਹੜੇ ਉੱਥੇ ਸਟੱਡੀ ਵੀਜ਼ਾ ਦੇ ਨਾਮ ਦੇ ਉੱਤੇ ਜਾਂਦੇ ਨੇ ਜਾਂ ਸਟੱਡੀ ਬੇਸ ਤੇ ਜਾਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਦਾ ਮਕਸਦ ਅਸਲ ਇਹ ਹੁੰਦਾ ਕਿ ਜਾ ਕੇ ਉੱਥੇ ਸੈਟਲ ਹੋ ਜਾਣ ਤੇ ਉੱਥੇ ਉਹਨਾਂ ਨੂੰ ਕੰਮਕਾਰ ਕੋਈ ਮਿਲ ਜਾਵੇ, ਤਾਂ ਕਿ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਮੈਂ ਇਹ ਵੀ ਸਮਝਣਾ ਚਾਹ ਰਿਹਾ ਕਿ ਜੇ ਹੁਣ 5-7 ਲੱਖ ਵੱਧ ਇੱਥੇ ਅਰੇਂਜ ਕਰ ਲਵੇ ਕੋਈ ਪਰਿਵਾਰ, ਉੱਥੇ ਆਉਣ ਜਾਂ ਨਾ ਆਉਣ, ਉੱਥੇ ਕੰਮ ਹੈ ਜਾਂ ਨਹੀਂ ਹੈ, ਕਿ ਉੱਥੇ ਰਹਿਣਾ ਮੁਸ਼ਕਿਲ ਤਾਂ ਨਹੀਂ। ਇੱਥੇ ਪੰਜਾਬ ਦੇ ਵਿੱਚ ਬੜੀਆਂ ਖਬਰਾਂ ਅੱਜ ਕੱਲ ਕਿ ਉੱਥੇ ਤਾਂ ਜੀ ਕੋਈ ਬੇਸਮੈਂਟ 'ਚ ਰਹਿ ਰਿਹਾ ਹੈ, ਬੇਸਮੈਂਟ 'ਚ ਵੀ 5-5 7-7 ਮੁੰਡੇ ਇਕੱਠੇ ਰਹਿੰਦੇ ਨੇ, ਬਹੁਤ ਦਿੱਕਤ ਹੈ। ਜੀ ਬਿਲਕੁਲ ਤੁਸੀਂ ਠੀਕ ਕਿਹਾ। ਜੇਕਰ ਕੈਨੇਡਾ ਇਹ ਸਹੂਲਤ ਦਿੰਦਾ ਹੈ ਜਾਂ ਇਹ ਸਟੂਡੈਂਟਾਂ ਨੂੰ ਇਨਵਾਈਟ ਕਰਦਾ ਹੈ, ਬਾਅਦ ਫੈਸਿਲਿਟੇਟ ਕਰਦਾ ਹੈ ਕਿ ਇਹਨਾਂ ਨੂੰ ਪੱਕੇ ਕਰਦਾ, ਇੱਥੇ ਆਉਣਾ ਚਾਹੀਦਾ ਹੈ। ਕੋਈ ਇਹ ਨਹੀਂਗਾ ਕਿ ਨਹੀਂ ਆਉਣ। ਜੇਕਰ ਕੈਨੇਡਾ ਨੇ ਅਕੋਰਡਿੰਗ ਟੂ ਦਾ ਲਾਭ ਸਟੂਡੈਂਟ ਆਉਂਦਾ ਹੈ ਇੱਥੇ, ਉਹ ਵਰਕ ਪਰਮਿਟ ਲੈਂਦਾ ਹੈ, 2 ਸਾਲ ਰਹਿੰਦਾ ਤੇ ਪੱਕਾ ਹੋ ਸਕਦਾ, ਇਹਦੇ 'ਚ ਕੋਈ ਗਲਤੀ ਨਹੀਂ ਗੀ। ਐਜ਼ ਲੌਂਗ ਐਜ਼ ਜੇਕਰ ਕੈਨੇਡਾ ਦਾ ਉਹ ਕਾਨੂੰਨ ਉਹਨਾਂ ਨੂੰ ਅਲਾਉ ਕਰਦਾ, ਤੇ ਆਪਾਂ ਨੂੰ ਕੋਈ ਵੀ ਅਧਿਕਾਰ ਨਹੀਂਗਾ ਕਿ ਅਸੀਂ ਕਿਸੇ ਨੂੰ ਕਹੀਏ ਕਿ ਇਹ ਕੈਨੇਡਾ ਕਿਉਂ ਆ ਰਿਹਾ ਹੈ। ਐਜ਼ ਲੌਂਗ ਐਜ਼ ਕੈਨੇਡਾ ਦਾ ਲਾ ਤੇ ਇੰਡੀਆ ਦਾ ਲਾ ਉਹਨਾਂ ਨੂੰ ਸਹੂਲਤ ਦਿੰਦਾ ਹੈ ਤੇ ਉਹਨੂੰ ਫੁੱਲ ਯੂਟਿਲਾਈਜ਼ ਕਰਨਾ ਚਾਹੀਦਾ ਹੈ। ਹਾਂ ਜ਼ਰੂਰ ਇਹ ਗੱਲ ਜੋ ਤੁਸੀਂ ਕਹੀ ਆ ਕਿ ਬੇਸਮੈਂਟਾਂ ਦੇ ਵਿੱਚ ਸਟੂਡੈਂਟ ਰਹਿੰਦੇ ਹਨ, ਕੋਈ ਮਾੜਾ ਨਹੀਂਗਾ। ਬੇਸਮੈਂਟਾਂ 'ਚ ਜੋ ਲੀਗਲ ਤਰੀਕੇ ਨਾਲ ਬੇਸਮੈਂਟਾਂ ਸਿਟੀ ਆਫ ਕੋਈ ਵੀ ਹੁੰਦਾ ਹੈ, ਮਿਊਨਿਸਪੈਲਿਟੀ ਕੋਈ ਵੀ ਹੁੰਦੀ ਹੈ, ਉਹਦੇ ਅਕੋਰਡਿੰਗਲੀ ਉਹ ਰੈਨੋਵੇਟ ਕੀਤੀਆਂ ਹੁੰਦੀਆਂ ਹਨ। ਉਹਦੇ ਵਿੱਚ ਪ੍ਰੋਪਰ ਜਿਹੜੀ ਆ ਫਿਲਟਰੇਸ਼ਨ ਹੁੰਦੀ ਹੈ, ਉੱਥੇ ਪ੍ਰੋਪਰ ਫਾਇਰ ਦੇ ਜਿਹੜੇ ਆ ਸਾਰੇ ਜੋ ਸਿਸਟਮ ਇੱਥੋਂ ਦਾ ਉਹਦੇ ਅਕੋਰਡਿੰਗਲੀ ਹੈ, ਤੇ ਕੋਈ ਮਾੜਾ ਨਹੀਂ ਗਾ। ਸੋਹਣੇ ਘਰ ਹਨ, ਹਵਾਦਾਰ ਘਰ ਹਨ, ਉਹਦੇ 'ਚ ਪ੍ਰੋਪਰ ਜੇਕਰ ਤੁਹਾਨੂੰ ਫੈਸਿਲਿਟੀ ਮਿਲਦੀ ਹੈ, ਕੋਈ ਨਹੀਂ, ਐਜ਼ ਲੌਂਗ ਐਜ਼ ਕਾਨੂੰਨ ਦੇ ਮੁਤਾਬਕ ਠੀਕ ਹੈ। ਬੇਸਮੈਂਟਾਂ ਮਾੜੀਆਂ ਨਹੀਂ, ਬਹੁਤ ਸਾਰੇ ਲੋਕੀ ਬੇਸਮੈਂਟਾਂ ਤਾਂ ਰਹਿੰਦੇ ਹਨ ਕਿਉਂਕਿ ਇੱਕ ਉਹ ਸਸਤੀਆਂ ਮਿਲ ਜਾਂਦੀਆਂ, ਕਿਉਂਕਿ ਅਪਾਰਟਮੈਂਟ ਮਹਿੰਗੀ ਮਿਲਦੀ ਹੈ, ਤੇ ਇੱਕ ਤੁਹਾਡਾ ਓਨਰ ਦੇ ਨਾਲ ਸਿੱਧਾ ਕਮਿਊਨੀਕੇਸ਼ਨ ਹੁੰਦਾ ਹੈ, ਤੇ 2 ਬੱਚੇ 3 ਬੱਚੇ ਇੱਕ ਕਮਰੇ ਦੇ ਵਿੱਚ ਉਹ ਸੌਂ ਜਾਂਦੇ ਹਨ। ਇੱਕ ਹੋਰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਫੂਡ ਹੈ, ਅੱਜ ਕੱਲ੍ਹ ਇੱਥੇ ਟਿਫਨ ਲੱਗੇ ਹਨ, $100 ਦੇ ਵਿੱਚ $150 'ਚ ਬੱਚੇ ਟਿਫਨ ਲੈ ਲੈਂਦੇ ਹਨ। ਬਹੁਤ ਚੰਗੀ ਗੱਲ ਹੈ, ਸਹੂਲਤ ਹੈ ਗੁਰਦੁਆਰਿਆਂ ਦੇ ਵਿੱਚ, ਲੇਕਿਨ ਗੁਰਦੁਆਰੇ 'ਚ ਉਦੋਂ ਬੱਚਾ ਜਾ ਕੇ ਖਾਂਦਾ ਵਾ ਜਦੋਂ ਕਿ ਉਹ ਖੁਸ਼ ਹੁੰਦਾ ਹੈ ਵੀ ਚਲੋ ਅੱਜ ਗੁਰਦੁਆਰੇ ਜਾ ਕੇ ਖਾਂਦੇ। ਕੋਈ ਇਹੋ ਜੀ ਗੱਲ ਨਹੀਂ ਕਿ ਗੁਰਦੁਆਰਿਆਂ ਦੇ ਵਿੱਚ ਲਾਈਨਾਂ ਲੱਗੀਆਂ। ਹਾਂ, ਬੱਚੇ ਵੱਡੀ ਗਿਣਤੀ 'ਚ ਹੋਣ ਕਰਕੇ ਗੁਰਦੁਆਰੇ 'ਚ ਜ਼ਿਆਦਾ ਦਿਖਾਈ ਦਿੰਦੇ ਹਨ। ਮੈਂ ਤੇ ਇੱਥੇ ਇਹ ਵੀ ਕਹੂੰਗਾ ਕਿ ਗੁਰਦੁਆਰੇ ਬੰਦ ਹੋ ਰਹੇ ਸਨ ਇੱਥੇ ਕੈਨੇਡਾ ਦੇ ਵਿੱਚ, ਕਿਉਂਕਿ ਪਹਿਲੇ ਜਿਹੜੇ ਲੋਕ ਉਹ ਬਜ਼ੁਰਗ ਹੋ ਰਹੇ ਸਨ, ਲੇਕਿਨ ਇਹਨਾਂ ਬੱਚਿਆਂ ਦੇ ਆਉਣ ਕਰਕੇ ਦੁਬਾਰਾ ਫਿਰ ਇਹ ਸੰਸਥਾਵਾਂ ਪੈਰਾਂ ਤੇ ਹੋ ਗਈਆਂ ਹਨ। ਬਹੁਤ ਚੰਗੀ ਗੱਲ ਕੀਤੀ, ਬੱਚੇ ਜਿਹੜੇ ਵੱਡੀ ਗਿਣਤੀ 'ਚ ਆਏ, ਬਹੁਤ ਵਧੀਆ ਹੋਇਆ ਕਿ ਇੱਥੇ ਮਾਹੌਲ ਜਿਹੜਾ ਇੱਕ ਵਧੀਆ ਸਿਰਜਿਆ ਜਾ ਰਿਹਾ। ਔਰ ਇਹ ਵੀ ਦੱਸਦਾ ਜਿਹੜੇ ਲੋਕੀ ਕਹਿੰਦੇ ਰਹਿੰਦੇ ਹਨ ਜੀ ਇੱਥੇ ਕੈਨੇਡਾ ਦੇ ਵਿੱਚ ਲੜਾਈ ਹੁੰਦੀ ਆ, ਜੇ ਹੁੰਦੀ ਉਹ ਹੁੰਦੀ, ਦੇਖੋ ਪਰਸੈਂਟੇਜ ਜਿਹੜੀ ਆ ਅੱਜ ਤੋਂ ਜਦੋਂ 85 ਦੇ ਵਿੱਚ ਜਾਂ 84 ਚ 86 ਦੇ ਵਿੱਚ ਉਦੋਂ ਵੀ ਲੜਾਈਆਂ ਹੁੰਦੀਆਂ ਸਨ, ਉਦੋਂ ਵੀ ਬੱਚੇ ਆਪਸ ਵਿੱਚ ਲੜਦੇ ਸਨ। ਹੁਣ ਨੰਬਰ ਆਫ ਜਿਹੜੀ ਆ ਪਾਪੂਲੇਸ਼ਨ ਉਹ ਵੱਧ ਗਈ ਹੈ ਤੇ ਉਹਦੇ ਕਰਕੇ ਪਰਸੈਂਟੇਜ ਵੀ ਵੱਧ ਗਈ ਆ। ਘਬਰਾਉਣ ਵਾਲੀ ਕੋਈ ਗੱਲ ਨਹੀਂ ਗੀ, ਅਜਿਹਾ ਹੁੰਦਾ ਰਹਿੰਦਾ ਸੋਸਾਇਟੀ ਦੇ ਵਿੱਚ, ਇਹੋ ਜਿਹੇ
ਉਤਰਾ ਚੜਾ ਆਉਂਦੇ ਰਹਿੰਦੇ ਹਨ, ਪਰ ਹਰ ਕੋਈ ਵਧੀਆ ਤਰੀਕੇ ਨਾਲ ਇੱਥੇ ਕੰਮ ਕਰ ਰਿਹਾ। ਜਿਹੜੇ ਲੋਕੀ ਐਵੇਂ ਬਦਨਾਮੀ ਕਰਦੇ ਆ ਕਿ ਜੇ ਆ ਉਹ ਉਹਨਾਂ ਨੇ ਇੱਕ ਨੈਗੇਟਿਵ ਤਰੀਕੇ ਨਾਲ ਹੀ ਸੋਚਣਾ ਹੁੰਦਾ ਹੈ। ਪੋਜ਼ਿਟਿਵ ਬੀ ਪੋਜ਼ਿਟਿਵ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਮੈਂ ਆਪਣੀ ਟੀਮ ਨੂੰ ਕਹਾਂਗਾ ਥੋੜਾ ਜਿਹਾ ਆਡੀਓ ਬਲਾਸਟ ਹੋ ਰਿਹਾ, ਜੇ ਅਸੀਂ ਇਸ ਨੂੰ ਦੁਰਸਤ ਕਰ ਸਕੀਏ ਤਾਂ ਕਿ ਹੋਰ ਬਹੁਤ ਚੰਗੀ ਤਰ੍ਹਾਂ ਸਮਝ ਆਵੇ ਕਿ ਇਸ ਸਮੇਂ ਪੰਨੂ ਜੀ ਕੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚੀਆਂ ਹੋਣਗੀਆਂ ਤੇ ਉਸ ਦੇ ਵਿੱਚੋਂ ਖਾਸ ਤੌਰ ਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ, ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਨੇ, ਉਹਨਾਂ ਦੇ ਲਈ ਪੋਜ਼ਿਟਿਵ ਖਬਰਾਂ ਤਾਂ ਜ਼ਰੂਰ ਹੈ ਕਿ ਠੀਕ ਹੈ, ਬੇਸਮੈਂਟ ਦੇ ਵਿੱਚ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ। ਜੇ ਤੁਸੀਂ ਕਿਸੇ ਥਾਂ ਦੇ ਉੱਤੇ ਜਾ ਕੇ ਸਟੱਡੀ ਵੀ ਕਰ ਰਹੇ ਹੋ, ਕੋਈ ਦਿੱਲੀ ਚਲਾ ਗਿਆ ਜਾਂ ਫਿਰ ਕਿਸੇ ਹੋਰ ਥਾਂ ਦੇ ਉੱਤੇ ਚਲਾ ਗਿਆ, ਤੇ ਬੜੀ ਨਾਰਮਲ ਜੀ ਗੱਲ ਹੈ ਕਿ ਇੱਕ ਰੂਮ ਦੇ ਵਿੱਚ 2-3 ਮੁੰਡੇ ਰਹਿੰਦੇ ਹੁੰਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਹੈ। ਇਨਫੈਕਟ ਸਾਰੇ ਹੀ ਜਦੋਂ ਆਪਣੀ ਸਟੱਡੀ ਦੇ ਦੌਰ ਦੇ ਵਿੱਚੋਂ ਨਿਕਲਦੇ ਤੇ ਇਸ ਤਰੀਕੇ ਦੇ ਨਾਲ ਰਹਿੰਦੇ ਨੇ। ਵਿਨੇ ਹੈਰੀ ਜੀ, ਕਿ ਵਾਕਈ ਹੀ ਕੈਨੇਡਾ ਇਸ ਤਰੀਕੇ ਕਿ ਆਪਾਂ ਮੁੱਦਾ ਆਪਣਾ ਹੈਗਾ, ਆਪਾਂ ਲੋਕਾਂ ਨੂੰ ਨਾ ਰਿਐਲਿਟੀ ਦੱਸਣੀ ਹੈ। ਠੀਕ ਹੈ, ਮੈਂ ਤਾਂ ਹੀ ਅੱਜ ਅਸੀਂ ਟੋਰਾਂਟੋ ਤੋਂ ਜੁੜਿਆ ਹੋਇਆ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਲੈਣਾ, ਤੁਸੀਂ ਆਪਣੀ ਗੱਲ ਰੱਖਿਓ ਵਿੱਚ। ਵਿਨੇ ਹੈਰੀ ਜੀ, ਤੁਹਾਨੂੰ ਲੱਗਦਾ ਕਿ ਕੈਨੇਡਾ ਦੇ ਵੱਲੋਂ ਫੀਸ ਵਧਾਉਣ ਦੀ ਇੱਕ ਵਜ੍ਹਾ ਇਹ ਹੈ ਕਿ ਉੱਥੇ ਆਪਣੇ ਸਟੂਡੈਂਟਸ ਨੂੰ ਘਟਾਉਣਾ ਚਾਹੁੰਦੇ ਨੇ, ਕਿ ਉੱਥੇ ਬਹੁਤ ਜ਼ਿਆਦਾ ਵੱਡੀ ਪੋਪੂਲੇਸ਼ਨ ਹੋ ਰਹੀ ਹੈ ਲੋਕਾਂ ਦੀ, ਵਿਦੇਸ਼ੀਆਂ ਦੀ, ਖਾਸ ਤੌਰ ਤੇ ਇੰਡੀਅਨਸ ਦੀ, ਪੰਜਾਬੀਜ਼ ਦੀ, ਉਸ ਦੇ ਉੱਤੇ ਬ੍ਰੇਕ ਲਗਾਉਣ ਦੀ ਇਹ ਕੋਸ਼ਿਸ਼ ਹੈ? ਵਿਜੇ ਜੀ, ਮੈਂ ਇੱਕ ਮਿੰਟ ਜਰਾ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਾਂਗਾ, ਆਪਣਾ ਮੁੱਦਾ ਫਿਰ ਅੱਗੇ ਵਧਣਾ ਜੀ। ਆਪਾਂ ਨਾ ਇੱਥੇ ਵਕੀਲ ਨਹੀਂ ਬਣਨਾ ਕੈਨੇਡਾ ਦੇ ਜਾਂ ਇੰਡੀਆ ਦੇ, ਆਪਾਂ ਰਿਐਲਿਟੀ ਦੀ ਗੱਲ ਕਰੀਏ। ਅੱਜ ਇੱਕ ਕਾਰੋਬਾਰ ਹੈ, ਇੱਕ ਬਿਜ਼ਨਸ ਹੈ, ਇੱਕ ਪ੍ਰਵਾਸ ਹੈ। ਇਹ ਪ੍ਰਵਾਸ ਕਾਰੋਬਾਰ ਹੈ ਕੈਨੇਡੀਅਨ ਗਵਰਨਮੈਂਟ ਦਾ। ਇੱਥੋਂ ਬੱਚਾ ਲੈ ਕੇ ਜਾਇਆ ਜਾਂਦਾ। ਇਹ $20,000 ਕਰਤਾ GIC, ਇਹ ਇੰਡੀਆ ਵਾਸਤੇ ਕੀਤਾ ਜੀ। ਇਹ ਆਪਾਂ ਨੂੰ ਸਮਝਣਾ ਪਏਗਾ, ਇਹ ਭਾਰਤ ਲਈ ਹੋਇਆ ਹੈ। ਇਹ ਜਿਹੜਾ $20,000 ਲਿਆ ਜਾ ਰਿਹਾ, ਇਹ HDS ਸਕੀਮ ਭਾਰਤ ਵਾਸਤੇ ਹੈ। ਇਹ ਨੇਪਾਲ ਵਾਸਤੇ ਨਹੀਂ ਹੈ, ਬੰਗਲਾਦੇਸ਼ ਵਾਸਤੇ ਨਹੀਂ ਹੈ। ਠੀਕ ਹੈ, ਇੱਥੇ ਸ਼ੋਸ਼ਣ ਹੋ ਰਿਹਾ ਲੋਕਾਂ ਦਾ, ਬੱਚਿਆਂ ਨੂੰ ਕੰਮ ਨਹੀਂ ਮਿਲਦਾ ਪਿਆ, ਬੱਚਿਆਂ ਨੂੰ ਇੱਥੋਂ ਗਲਤ ਤਰੀਕਿਆਂ ਨਾਲ ਲਿਜਾਇਆ ਜਾ ਰਿਹਾ, ਦਿਖਾ ਕੇ ਵੀ ਤੁਹਾਨੂੰ ਵਰਕ ਪਰਮਿਟ ਮਿਲੇਗਾ। ਦੁਨੀਆ ਇੱਥੋਂ ਵਿਜ਼ਟਰ ਵੀਜ਼ਾ ਲੈ ਕੇ ਚੜ੍ਹਦੀ ਹੈ, ਉੱਥੇ 13 ਤੋਂ 14,000 ਇਮੀਗ੍ਰੇਸ਼ਨ ਪ੍ਰੋਫੈਸ਼ਨਲ ਹੈ। $50,000 ਦੇ ਵਿੱਚ ਲੋਕਾਂ ਨੂੰ LMIਆਂ ਵੇਚੀਆਂ ਜਾਂਦੀਆਂ। ਇਹ ਗੋਰਖ ਧੰਦਾ ਜਿਹੜਾ ਚੱਲਦਾ ਪਿਆ, ਇਹਨੂੰ ਕੈਨੇਡੀਅਨ ਗਵਰਨਮੈਂਟ ਨੂੰ ਵੀ ਦੇਖਣਾ ਚਾਹੀਦਾ ਹੈ। ਅਸੀਂ ਮਿੱਠੀਆਂ ਮਾਰ ਕੇ ਅਸੀਂ ਉਹਨੂੰ ਪ੍ਰਮੋਟ ਨਹੀਂ ਕਰਨਾ, ਅਸੀਂ ਆਪਦੇ ਲੋਕਾਂ ਨੂੰ ਦੱਸਣਾ ਵੀ ਇਹ ਗਲਤ ਹੋ ਰਿਹਾ ਕੰਮ। ਅਸੀਂ ਇੱਥੋਂ 25-25 ਲੱਖ ਰੁਪਏ ਲਾ ਕੇ ਜਾ ਰਹੇ ਹਾਂ, ਅਸੀਂ ਉਹ ਪੜ੍ਹਾਈ ਪੜ੍ਹਨ ਚੱਲੇ ਆ ਜਿਹੜੀ 15 ਸਾਲ ਪੁਰਾਣੀ ਪੜ੍ਹਾਈ ਹੈ। ਠੀਕ ਹੈ, ਪੜ੍ਹਾਈ ਸਾਡੇ ਮੁਲਕ 'ਚ ਵਧੀਆ ਵਾ ਜੀ। ਇੱਕ ਜ਼ਰੀਆ ਹਰੀ ਜੀ, ਮੈਂ ਫਿਰ ਤੁਹਾਨੂੰ ਸਿੱਧਾ ਸਵਾਲ ਪੁੱਛਦਾ। ਦੇਖੋ, ਤੁਸੀਂ ਤਾਂ ਖੁਦ ਇਸ ਫੀਲਡ ਦੇ ਨਾਲ ਜੁੜੇ ਹੋਏ ਹੋ, ਤੁਸੀਂ ਕੈਨੇਡਾ ਨਹੀਂ ਜਾਣਾ ਚਾਹੀਦਾ ਇਹ ਕਹਿ ਰਹੇ ਹੋ ਜਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇਹ ਕਹਿ ਰਹੇ ਹੋ? ਵਿਦੇਸ਼ ਜ਼ਰੂਰ ਜਾਣਾ ਚਾਹੀਦਾ, ਕੈਨੇਡਾ ਜਾਣਾ ਚਾਹੀਦਾ, ਕੈਨੇਡਾ ਯੂਨੀਵਰਸਿਟੀ 'ਚ ਪੜ੍ਹਨ ਜਾਣਾ ਚਾਹੀਦਾ। ਠੀਕ ਹੈ, ਅਸੀਂ ਲੋਕ ਇੱਥੋਂ ਪੜ੍ਹਨ ਨਹੀਂ ਜਾਂਦੇ ਪਏ, ਅਸੀਂ ਕੰਮ ਕਰਨ ਲਈ ਜਾ ਰਹੇ ਹਾਂ। ਔਰ ਸਾਡਾ ਉੱਥੇ ਸ਼ੋਸ਼ਣ ਹੋ ਰਿਹਾ ਵਾ। ਸਾਡੇ ਬੱਚਿਆਂ ਨੂੰ ਨਾ ਕੰਮ ਮਿਲਦਾ ਪਿਆ ਵਾ, ਨਾ ਬੱਚਿਆਂ ਨੂੰ ਅਕੋਮੋਡੇਸ਼ਨ ਮਿਲਦੀ ਪਈ ਹੈ ਜੀ। ਬੱਚਿਆਂ ਨੂੰ ਯੂਜ਼ ਕੀਤਾ ਜਾ ਰਿਹਾ ਸਵੇਰ ਤੋਂ ਸ਼ਾਮ ਤੱਕ। ਬੱਚਾ ਘੱਟ ਪੈਸਿਆਂ ਦੇ ਕੰਮ ਕਰਦਾ ਹੋਇਆ, ਐਂਡ ਕੀ ਆ, ਉਹਨੂੰ ਦੇਖੋ ਦੇਖੀ ਹੋਰ ਬੱਚੇ ਜਾ ਰਹੇ ਨੇ। ਸਾਨੂੰ ਰਿਐਲਿਟੀ ਦੱਸਣੀ ਚਾਹੀਦੀ ਆ। ਇੰਨੀ ਕੁ ਦੁਨੀਆ ਉੱਥੇ ਪਹੁੰਚ ਗਈ ਆ ਵੀ ਅਗਲੇ 5 ਸਾਲਾਂ ਦੇ ਵਿੱਚ ਵੀ ਆਪਾਂ ਕਹੀਏ ਜੇ ਕਿਸੇ ਨੂੰ ਜੌਬ ਮਿਲ ਜੇਗੀ, ਹਾਲਾਤ ਪਹਿਲੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ। ਠੀਕ ਹੈ, ਚਲੋ ਤੁਸੀਂ ਮੈਂ ਉਹੀ ਕਹਿ ਰਿਹਾ ਕਿ ਦੇਖੋ, ਆਪਾਂ ਵਕਾਲਤ ਨਾ ਤਾਂ ਆਪਾਂ ਕੈਨੇਡਾ ਦੀ ਕਰਨੀ ਹੈ, ਨਾ ਆਪਾਂ ਇੱਥੇ ਇਸ ਗੱਲ ਨੂੰ ਲੈ ਕੇ ਰੌਲਾ ਪਾਣਾ ਜਾਂ ਫਿਰ ਗੱਲ ਕਰ ਰਹੇ ਕਿ ਉੱਥੇ ਬਿਲਕੁਲ ਜਵਾਕ ਜਾਣਾ ਹੀ ਛੱਡ ਦੇਣ। ਪਰ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਬਿਲਕੁਲ ਕਲੀਅਰ ਪਿਕਚਰ ਪਹੁੰਚ ਸਕੇ ਕਿ ਆਖਿਰ ਅਸਲੀਅਤ ਕੀ ਹੈ, ਉੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ, ਜੇ ਉੱਥੇ ਫੀਸ ਵਧਾਤੀ, ਹੋਰ ਪੈਸੇ ਇਕੱਠੇ ਕਰੇ ਜਾਣ ਜਾਂ ਨਾ ਕਰੇ ਜਾਣ। ਰਵਿੰਦਰ, ਕਿ ਬਾਕੀ ਮੁਲਕਾਂ ਨੇ ਵੀਜ਼ੇ ਕਰਤੇ ਬੰਦ, ਇੰਗਲੈਂਡ ਨੇ 3 ਦਿਨ ਪਹਿਲਾਂ ਬੰਦ ਕਰਤੇ, ਆਸਟ੍ਰੇਲੀਆ 6 ਮਹੀਨੇ ਪਹਿਲਾਂ ਕਰ ਗਿਆ ਸੀ। ਠੀਕ ਹੈ, ਇਹਨਾਂ ਨੂੰ ਨਜ਼ਰ ਆ ਗਿਆ ਕਿ ਸਾਡਾ ਹੀ ਮੁਲਕ ਖੁੱਲਿਆ, ਇਸ ਕਰਕੇ ਇਹਨੇ ਚੁੱਕ ਕੇ ਰਾਤੋਂ ਰਾਤ ਹੀ ਡਬਲ ਕਰਤਾ ਜੀ ਕੰਮ। ਦੇਖੋ, ਤੁਸੀਂ ਇੱਕ ਇਨਫੋਰਮੇਸ਼ਨ ਦੇ ਵਿੱਚ ਇਜ਼ਾਫਾ ਕਰ ਦਿੱਤਾ ਕਿ ਜਿਹੜੇ ਫੀਸ ਵਧਾਉਣ ਵਾਲਾ ਉਹ ਡਾਇਰੈਕਟਲੀ ਸਿਰਫ ਇੰਡੀਆ ਨੂੰ ਇੰਪੈਕਟ ਕਰ ਰਿਹਾ ਹੈ। ਇਸ ਦਾ ਇੱਕ ਸਿੱਧਾ ਮਤਲਬ ਤਾਂ ਇਹ ਵੀ ਹੈ ਕਿ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਦਾ ਸਿੱਧੇ ਤੌਰ ਤੇ ਇਸ ਦੇ ਉੱਤੇ ਅਸਰ ਨਜ਼ਰ ਆ ਰਿਹਾ ਹੈ। ਕਹਿ ਸਕਦੇ ਆ ਜੀ, ਇਹ ਆਪਣੀ ਖੁੰਦਕ ਕੱਢਦੇ ਪਏ ਨੇ। ਠੀਕ ਹੈ, ਜਿਹੜੀ 10,000 ਦੀ ਚੀਜ਼ ਆ ਉਹਨੂੰ ਤੁਸੀਂ 12 ਕਰ ਲਓ, 15 ਕਰ ਲਓ, ਉਹਨੂੰ ਤੁਸੀਂ 22,600 ਕਿੱਦਾਂ ਕਰ ਲਓਗੇ ਦੱਸੋ? ਠੀਕ ਹੈ, ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ, ਪਰ ਪਹਿਲਾਂ ਇੱਕ ਵਾਰੀ ਰਵਿੰਦਰ ਪੰਨੂ ਜੀ ਕੁਝ ਕਹਿਣਾ ਚਾਹ ਰਹੇ ਨੇ। ਰਵਿੰਦਰ ਪੰਨੂ। ਹਾਂਜੀ ਮਿਸਟਰ ਵਿਨੇ, ਲੰਮੇ ਸਮੇਂ ਦੇ ਇਮੀਗ੍ਰੇਸ਼ਨ ਦੇ ਵਿੱਚ ਹਨ, ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਜਦੋਂ ਇੰਡੀਆ ਦਾ ਜਾਂ ਕੈਨੇਡਾ ਦਾ ਜਾਂ ਅਮਰੀਕਾ ਦਾ ਕਿਸੇ ਵੀ ਦੇਸ਼ ਦਾ ਲਾਭ ਆਉਂਦਾ ਹੈ, ਉਹ ਪਾਰਟਿਕੂਲਰ ਇੱਕ ਦੇਸ਼ ਵਾਸਤੇ ਨਹੀਂ ਬਣਦਾ। ਜਿਹੜੀ ਫੀਸ ਹੈ ਆਲ ਓਵਰ ਦਾ ਵਰਲਡ ਆ ਰਹੇ ਕੈਨੇਡਾ ਦੇ ਵਿੱਚ ਸਟੂਡੈਂਟ ਉਹਨਾਂ ਲਈ ਹੈ, ਨਾ ਕਿ ਇਹ ਸਿਰਫ ਇੰਡੀਅਨ ਵਾਸਤੇ ਹੈ। ਤੁਹਾਨੂੰ ਵੀ ਨਹੀਂ ਜੀ ਕਿੱਦੇ ਇਹ ਜਾਣਕਾਰੀ ਦਿੱਤੀ ਕਿ ਇਹ ਇੰਡੀਅਨ ਸਟੂਡੈਂਟ ਵਾਸਤੇ ਹੈ। ਤੁਸੀਂ ਇੱਕ ਜ਼ਿੰਮੇਵਾਰ ਕੰਸਲਟੈਂਟ ਹੋ,
ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਉਹ ਹੋ ਜਿਨ੍ਹਾਂ ਨੇ ਹਜ਼ਾਰਾਂ ਬੱਚੇ ਬਾਹਰਲੇ ਦੇਸ਼ਾਂ 'ਚ ਭੇਜੇ ਔਰ ਫੁੱਲ ਪੇਜ ਦੀਆਂ ਤੁਸੀਂ ਐਡਾਂ ਲਾਉਂਦੇ ਰਹੇ। ਤੁਸੀਂ ਹੁਣ ਇਸ ਵੇਲੇ ਲੋਕਾਂ ਨੂੰ ਜਿਨ੍ਹਾਂ ਨੂੰ ਭੇਜਿਆ ਉਹਨਾਂ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਗਲਤ ਡਿਸੀਜਨ ਲਿਆ ਤੁਹਾਡੇ ਰਾਹੀਂ? ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਇਸ ਟਾਈਮ ਹਾਲਾਤ ਖਰਾਬ ਨੇ, ਇਸ ਟਾਈਮ ਹਾਲਾਤ ਪਲੀਜ਼ ਟ੍ਰਾਈ ਟੂ ਅੰਡਰਸਟੈਂਡ। ਤੁਸੀਂ ਇੰਡੀਆ ਦੇ ਤਰੀਕੇ ਨਾਲ ਸੋਚ ਰਹੇ ਹੋ। ਇਹ ਐਸਟੀਐਸ ਸਕੀਮ ਇੰਡੀਆ ਦੇ ਵਿੱਚ ਲਾਗੂ ਹੁੰਦੀ ਹੈ। ਜਿਹੜਾ ਨੇਪਾਲ ਤੋਂ ਜਾਂਦਾ ਉਹਨੂੰ $20,000 ਨਹੀਂ ਜਮ੍ਹਾਂ ਕਰਾਣੇ ਪੈਂਦੇ, ਉਹ ਬਗੈਰ ਪੈਸੇ ਜਮ੍ਹਾਂ ਕਰਾਇਆ ਜਾਂਦਾ ਜੀ। ਜਿਹੜਾ ਬੰਗਲਾਦੇਸ਼ ਤੋਂ ਜਾਂਦਾ ਠੀਕ ਹੈ, ਚਲੋ ਮੈਂ ਕਲੀਅਰ ਕਰਦਾ, ਮੈਂ ਇੱਕ ਵਾਰੀ ਕਲੀਅਰ ਕਰਦਾ, ਇੱਕ ਸੈਕਿੰਡ। ਰਵਿੰਦਰ ਪੰਨੂ ਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀ GIC ਸਰਟੀਫਿਕੇਟ ਵਾਲਾ ਪੂਰਾ ਮਾਮਲਾ ਹੈ ਉਹ ਸਿਰਫ ਇੰਡੀਅਨਸ ਵਾਸਤੇ ਨਹੀਂ ਹੈ, ਸਭ ਦੇ ਲਈ ਹੈ ਇਹ। ਐਗਜ਼ੈਕਟਲੀ, ਜਿਹੜਾ ਕੈਨੇਡਾ ਦੇ ਵਿੱਚ ਲਾ ਬਣਦਾ ਇਹ ਵਰਲਡ ਵਾਸਤੇ ਬਣਦਾ, ਨਾ ਕਿ ਪਾਰਟਿਕੂਲਰ ਕਿਸੇ ਪ੍ਰੋਵਿੰਸ ਵਾਸਤੇ ਜਾਂ ਸਟੇਟ ਵਾਸਤੇ ਜਾਂ ਕਿਸੇ ਦੇਸ਼ ਵਾਸਤੇ। ਇਹ ਕੋਈ ਵਿਸ਼ੇਸ਼ਤਾ ਨਹੀਂ ਕਿ ਇੰਡੀਅਨ ਸਟੂਡੈਂਟਾਂ ਨੂੰ ਲਿਆਉਣਾ ਜਾਂ ਨਾ ਲਿਆਉਣਾ ਇਹਨਾਂ ਲਈ ਆਹ ਕੀਤਾ ਜਾਵੇ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਕਿ ਇਹਨਾਂ ਨੇ ਪਰਸੈਂਟੇਜ ਇੰਡੀਆ ਚੋਂ ਇੰਨੀ ਲੈ ਕੇ ਆਉਣੀ ਆ, नेपाल चो इन्नी लैके आनी है, बंगाल चो इन्नी लैके आनी है, चाइना तो इन्नी, रशिया तो इन्नी है। ये ला जेडे ध्यान मिस्टर हैरी जी तुहानू अंडरस्टैंड करना चाहिए कि कोई देश ये नहींगा पर्टिकुलर एक रीजन वास्ते कानून बनाउंदा, ये ऑल ओवर द वर्ल्ड वास्ते कोई भी कानून बनदा ये ना कि एक इलाके वास्ते बनदा। ठीक है, ਜਦੋਂ ਕਿਸੇ ਨੇ ਇੰਡੀਆ ਤੋਂ ਆਣਾ ਨਾ ਜੀ ਉਦੋਂ ਹੀ 20,000 ਦੇਣਾ ਪੈਂਦਾ ਹੈ। ਜਦੋਂ ਕਿਸੇ ਨੇ ਨੇਪਾਲ ਤੋਂ, ਬੰਗਲਾदेश ਤੋਂ ਜਾਣਾ, ਜਰਮਨ ਤੋਂ, ਫਰਾਂਸ ਤੋਂ, ਉਹਦੇ ਕੋਲ 20,000 ਕੋਈ ਨਹੀਂ ਮੰਗਦਾ ਜੀ। नहीं जी, 20,000 मंगदा क्यों? क्योंकि इत्थे लिविंग वास्ते कि तुहानू जेहड़ी तुसी जदों पढ़ना वा, प्रॉब्लम की शुरुआत कदों विनय जी होई कि जदों बच्चे इत्थे स्टूडेंट पढ़न आउंदे सन ते उन्हां कोल बैक पॉकेट मनी नहीं सी हुंदी, ते गवर्नमेंट ने कहा कि इन्हां नू पढ़ना भी पैंदा, काम भी करना पैंदा। काम एक प्रिविलेजेस दिता है, ना कि कोई इन्हां दा राइट बनदा है, कोई अधिकार बनदा है। सानू थैंक यू कहना चाहिए वा इंडिया गवर्नमेंट का कि एक्सेस तो वो ईजली कनेडा वास्ते देंदे आ। कनेडा का थैंक यू करना चाहिए कि उन्होंने आए हुए बच्चों को कुछ फैसिलिटेट करते हैं, ना कि आपां अपने तरीके नाल देशां दीयां जेहड़ियां पईयां होईयां कनेडा हन उन्हां नू असीं रिवोक करिए जां उन्हां ते असीं कोई टिप्पणी करिए। ये जिहड़ा तुहानू अंडरस्टैंड करना पवेगा, बीइंग ए यू कंसल्टेंट प्लीज मेक श्योर कि इंफॉर्मेशन तुसी प्रोवाइड जो करते हो अकॉर्डिंग टू द रेगुलेशन ऑफ कैनेडा, अकॉर्डिंग टू द रेगुलेशन ऑफ इंडिया दे अकॉर्डिंगली अंडर द सैक्शन कंसल्टेंट दे थल्ले जो हन ओदे मुताबिक तुसी जानकारी मुहैया करो। ठीक है, थोड़ा वेट करो, मैं एक बार प्रोफेसर साहब दा रुख करना, मैं विनय हरी जी तुहाडे को वापस आना है। प्रोफेसर साहब की हुण इस तरीके नाल ही सोचिया जावे कि ਜਿਹੜੇ सिर्फ स्टडी करन जाना चाहुंदे ने ਉਹੀ ਜਾਣ ਤੇ ਦੂਜੇ ਵਾਲੇ ਸੋਚਣ, ਪਹਿਲਾਂ ਇਸ ਪੂਰੀ ਡਿਬੇਟ ਨੂੰ ਵੀ ਸੁਣਨ ਤੇ ਦੇਖਣ ਕਿ ਕੈਨੇਡਾ ਦੇ ਵਿੱਚ ਸਥਿਤੀ ਕੁਝ ਵੱਖਰੀ ਹੈ, ਹਾਲਾਤ ਕੁਝ ਵੱਖਰੇ ਨੇ। ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਧਾਰਨਾ ਹੈ ਕਿ ਕੋਈ ਸਟੱਡੀ ਕਰਨ ਜਾ ਰਿਹਾ ਹੈ ਤਾਂ ਫਿਰ ਆਟੋਮੈਟਿਕਲੀ ਦਿਮਾਗ ਦੇ ਵਿੱਚ ਆਉਂਦਾ ਕਿ ਅੱਛਾ ਇਹ ਸਟੱਡੀ ਤੇ ਲਈ ਸਟੱਡੀ ਵੀਜ਼ਾ ਦੇ ਉੱਤੇ ਜਾ ਰਿਹਾ ਹੈ, ਪਰ ਫੋਕਸ ਉੱਥੇ ਜਾ ਕੇ ਕੰਮ ਕਰਨਾ ही है। नेचुरली जो रास्ता है वो एक रास्ता बनाया गया कि अगर आप स्टडी वीजा पे जाएंगे, कहीं पर एडमिशन लेंगे और फिर वहां पर कुछ साल बिताएंगे तो आपको वहां की पीआरशिप मिल जाएगी या बाद में सिटीजनशिप मिल जाएगी, और पहले इस तरह से बहुत लोगों को मिली भी है। ठीक है, पढ़ाई की दृष्टि से अगर आप बात करोगे तो वो अगर परसेंटेज होगा तो मुझे लगता है वो तो बहुत कम होगा। जो बच्चे देखिए जो इंग्लैंड जाते हैं या अमेरिका जाते हैं, जो बहुत बड़ी इंस्टीट्यूशंस है, येल जैसी यूनिवर्सिटी है और इंग्लैंड में कई ऐसी यूनिवर्सिटीज हैं, बच्चे स्कॉलरशिप पे भी जाते हैं जो बहुत ब्राइट बच्चे हैं, उससे आप तुलना नहीं कर सकते कि जो बच्चे कनाडा जाते हैं। ठीक है, कनाडा जाने वाले ये एक सच्चाई है कि वो ज्यादातर बच्चे वहां पर सेटल होने के लिए वहां पर जाते हैं। मैंने आपसे पहले भी जिक्र किया कि इवन ये तो स्टडी है, एक शादियों तक का एक बहुत बड़ा कई बार ये मामला, यहाँ तक कि आपको पता है पंजाब पुलिस ने एक अलग सेल बना रखा है इसके लिए, ये जो धोखाधड़ी होती है वो रोकी जा सके। ठीक है, मेरा कहना सिर्फ ये है कि मैं इस विवाद में नहीं जाना चाहता कि कनाडा की सरकार ठीक कर रही है या इंडिया की सरकार। सवाल है कि इससे फर्क पड़ेगा। जाहिर सी बात है, जो हमारी कंसर्न है कि जो बच्चे बाहर जाना चाहते हैं उनको जो अपनी एक फिक्स अमाउंट उन्हें दिखाना पड़ता था कि उनके पास वो अमाउंट है, वो जो स्टेटमेंट वो लेते थे वीजा से पहले वो बढ़ गया है। तो अगर वो बढ़ गया है तो नेचुरली पंजाब के जो पेरेंट्स हैं उनको इस बात से, ये जो खबर आई है इससे टेंशन होगी, वो इससे तनाव में होंगे। जो बच्चे जाना चाहते हैं उनको भी वो होगा। नो डाउट सरकार ये बात लगातार, आपको मालूम ही है कि आम आदमी पार्टी के जो मुख्यमंत्री जो साल हुआ है अभी, तो वो बार बार ये कहते हैं कि जी हम यहीं पर मुहैया करवाएंगे अवसर, है ना। लेकिन आप असलियत जानते हो
यूक्रेन जैसे देश में, कनाडा तो बहुत डेवलप्ड देश है, यूक्रेन जैसे देश में भी हमारे यहाँ से कितने बच्चे मेडिकल पढ़ने गए थे, और आपको मालूम है जब लड़ाई छिड़ी तो उनको लाना कितनी बड़ी समस्या हो गया था, और लाने के बाद उनको उनके जो साल बर्बाद हुए, बिल्कुल उसको लेके कितनी समस्या चलती रही। मैंने पहले ही कहा कि बहुत सारे लोग इलीगल जो जाते हैं वो फंस जाते हैं, कितने समय उनके लिए मुश्किल होता है वो समय। लेकिन सच्चाई ये है कि इसका समाधान तो यही है कि हमारे देश की जो स्थितियां हैं वो बदलें, जिससे कि बच्चों को यहाँ वो उनकी जो जवानी है वो इसे देखिए, इसी को तो हम ब्रेन ड्रेन भी कहते हैं ना, कि जो आपका यूथ है वो जो कई गांव आप जानते हैं, ये बात है किसी से छुपी हुई नहीं है कि बहुत से गांव हैं जहां पर बच्चे है ही नहीं या बाहर चले गए या नशे के उसमें पड़ गए। तो पंजाब आज एक बहुत बड़े क्राइसिस से जूझ रहा है, और वहां पर उस यूथ के लिए अवसर देना, उसके लिए एक अच्छा माहौल पैदा करना, ये कोई कनाडा की सरकार की जिम्मेदारी नहीं है, हमें ये भी समझना चाहिए, वो हमारे सरकार की जिम्मेदारी है। हमारा बच्चा है तो हमें उसको ऐसे अवसर दें कि वो इतना, जितनी वो चमक से जाता है वहां की चमक दमक देख के या यहाँ वहां की लाइफस्टाइल देख के, उससे वो थोड़ा सा कम वो, क्योंकि देखिए शिक्षा आजकल तो ऑनलाइन एजुकेशन का जमाना है, मैं नहीं मानता कि कोई शिक्षा आजकल का मुश्किल है या और चीजें आप जानते हैं, सब तरह के मॉल आ गए, सब तरह के ब्रांड आ गए, हर चीज आज भारत में अवेलेबल है, ऑनलाइन आप ऑर्डर कर सकते हैं, तमाम चीजें हो गई हैं। लेकिन असली बात यह है कि उन्हें ये लगता है कि वहां पर जाकर वो अधिक पैसा कमा पाएंगे, उनको एक रोजगार मिलेगा, उनको एक ऐसा देश मिलेगा जहां पर करप्शन नहीं होगा, जहां पर नागरिक सुविधाएं अच्छी होंगी, जहां पर सड़कें अच्छी होंगी, ये चीजें उनको आकर्षित करती हैं। और जैसे मैंने बताया कि भारत से बड़ी संख्या में बच्चे जाते हैं, वो उनकी वहां की अर्थव्यवस्था में भी मदद करते हैं और वहां की इकोनॉमी में भी कंट्रीब्यूट करते हैं, ऐसा नहीं है। ठीक है, तो इस चीज को इस परिप्रेक्ष्य में देखना चाहिए। और नेचुरली अगर आप ये सोचो कि सारा पंजाब किसी एक देश में हो सकता है, जो आप बात कह रहे हैं, कनाडा सरकार तो अपना हित देखेगी ना, अगर उसे ये लगता है कि भाई हमारे यहाँ संख्या ज्यादा आ रही है तो वो नेचुरली स्ट्रिंजेंट कर देते हैं कानून, जैसे ब्रिटेन ने भी किया और भी देश। आप जो चीजें बोल रहे हैं उसमें से एक ये भी है कि जब कोई पड़ोस का, जो विनय हैरी जी भी गल कर रहे थे कि कोई एक क्लास ਦਾ ਬੱਚਾ चला गया, कोई ਗਵਾਂਢ ਦਾ ਬੱਚਾ चला गया ਤੇ ਉੱਥੋਂ ਜਾ ਕੇ ਉਸਨੇ ਡਾਲਰ ਭੇਜ ਦਿੱਤੇ, ਇੱਥੇ ਪੈਸੇ ਆ ਗਏ $1-2 ਲੱਖ ਰੁਪਇਆ, ਤਾਂ ਫਿਰ ਸਾਰੇ ਪਰਿਵਾਰ ਨੂੰ ਜਾਂ ਫਿਰ ਆਲੇ ਦੁਆਲੇ ਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਇੱਕ ਸੌਖਾ ਜ਼ਰੀਆ ਹੈ ਉੱਥੇ ਜਾ ਕੇ ਪੈਸੇ ਕਮਾਉਣਾ। ਹਾਂ, ਮੁਸ਼ਕਿਲ ਤਾਂ ਲਾਜ਼ਮੀ ਤੌਰ ਤੇ ਹੈ, ਤੁਸੀਂ ਖਾਸ ਤੌਰ ਤੇ ਜਦੋਂ ਮਾਈਗ੍ਰੈਂਟ ਹੁੰਦੇ ਹੋ ਤਾਂ ਤੁਹਾਡਾ ਜਿਹੜਾ ਜ਼ਿੰਦਗੀ ਦਾ ਇੱਕ ਲੈਵਲ ਹੁੰਦਾ ਹੈ ਉਹ ਕਹਿੰਦੇ ਆ ਕਿ ਬਹੁਤ ਡਾਊਨ ਚਲਿਆ ਜਾਂਦਾ ਹੈ। ਵਿਨय हैरी जी, ਮੇਰਾ ਹੁਣ ਸਵਾਲ ਇਹ ਹੈ ਕਿ ਤੁਸੀਂ ਡਾਇਰੈਕਟਲੀ ਕਹਿ ਰਹੇ ਹੋ ਕਿ ਕੈਨੇਡਾ ਵਾਲੇ ਪਾਸੇ ਨਾ ਦੇਖੋ, ਤਾਂ ਫਿਰ ਵਿਦੇਸ਼ ਜਾਣ ਦੇ ਚਾਹਵਾਨ ਬੱਚੇ ਕਰਨ ਕੀ? ਸਰ ਮੁੱਦਾ ਇਹ ਹੈਗਾ, ਅੱਗੇ ਇਲੀਗਲ ਤਰੀਕਿਆਂ ਨਾਲ ਲੋਕੀ ਬਾਰਡਰ ਕ੍ਰਾਸ ਕਰਕੇ 2 ਨੰਬਰ 'ਚ 50-50 ਲੱਖ ਰੁਪਇਆ ਦੇ ਕੇ ਬਾਹਰ ਜਾਂਦੇ ਸੀ। ਠੀਕ ਹੈ, ਇਹਨੂੰ ਕੈਨੇਡੀਅਨ ਗਵਰਨਮੈਂਟ ਨੇ ਲੀਗਲ ਕਰਤਾ ਜੀ ਹੁਣ। ਇਹ ਸਿੱਧਾ ਦੇਖੋ $20,000 ਇਹ ਲੈ ਗਏ, $20,000 ਇਹਨਾਂ ਨੇ ਆਪਦੇ ਕਾਲਜ ਦੀ ਫੀਸ ਲੈ ਲੈਣੀ ਹੈ। ਉਸ ਤੋਂ ਬਾਅਦ ਬੱਚੇ ਦਾ ਉੱਥੇ ਜਾ ਕੇ ਸ਼ੋਸ਼ਣ ਹੋਣਾ ਹੈ, ਉਹਦੇ ਕੋਲੋਂ ਸ਼ੋਸ਼ਣ ਸਮਝਣਾ ਚਾਹ ਰਹੇ ਕਿ ਕਿਵੇਂ ਹੁੰਦਾ ਉੱਥੇ ਸ਼ੋਸ਼ਣ? ਸ਼ੋਸ਼ਣ ਸਰ, ਪਹਿਲਾਂ ਤਾਂ ਬੱਚੇ ਨੂੰ ਠੰਡ ਹੀ ਇੰਨੀ ਕੁ ਜ਼ਿਆਦਾ ਵਾ ਕਿ ਸਾਡਾ ਬੱਚਾ ਉਸ ਵੈਦਰ ਦੇ ਵਿੱਚ ਰਹਿਣ ਲਈ ਬਣਿਆ ਹੀ ਨਹੀਂ। ਹੁਣ ਬੱਚਾ ਰਹਿੰਦਾ ਵਾ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਬੰਦਾ ਰਹਿੰਦਾ ਨਹੀਂ, ਕਿਉਂਕਿ ਸ਼ਹਿਰ 'ਚ ਕਿਰਾਇਆ ਹੁੰਦਾ ਜ਼ਿਆਦਾ। ਠੀਕ ਹੈ, ਬੱਚਾ ਜਿੱਥੇ ਰਹਿ ਰਿਹਾ ਵਾ ਔਰ ਜਿੱਥੇ ਉਹਦਾ ਕਾਲਜ ਹੈ, ਆਪਸ ਦੇ ਵਿੱਚ 50 ਕਿਲੋਮੀਟਰ ਦਾ ਰਸਤੇ ਦਾ ਫਰਕ ਹੈ। ਕੰਮ ਉਹਨੂੰ ਮਿਲਦਾ ਪਿਆ ਵਾ ਕਿਤੇ ਆਫ ਸਾਈਡ ਤੇ 50-100 ਕਿਲੋਮੀਟਰ ਉਹਦਾ ਕਾਲਜ ਦੂਰ ਹੈ। ਠੀਕ ਹੈ, ਉਹ ਬੱਚਾ ਘੁੰਮਣ ਘੇਰੀ 'ਚ ਇੰਨਾ ਕੁ ਫਸ ਜਾਂਦਾ ਵਾ ਕਿ ਉਹ ਨਾ ਇੰਨਾ ਟਰੈਵਲ ਕਰ ਪਾਉਂਦਾ ਵਾ। ਉਹ ਬੱਚਾ ਸ਼ੋਸ਼ਣ ਹੁੰਦਾ, ਉਹ ਘੱਟ ਪੈਸਿਆਂ ਤੇ ਓਵਰ ਟਾਈਮ ਤੇ ਉਹ ਬੱਚਾ ਆਪਦਾ ਸਰੀਰ ਖਰਾਬ ਕਰ ਲੈਂਦਾ ਵਾ। ਪਿੱਛੋਂ ਪ੍ਰੈਸ਼ਰ ਹੁੰਦਾ ਪੇਰੈਂਟਸ ਦਾ ਵੀ ਸਾਨੂੰ ਪੈਸੇ ਭੇਜ। ਇੱਥੋਂ ਲੋਕਾਂ ਨੂੰ ਇਹ ਸਮਝਾਉਣ ਦੀ ਲੋੜ ਹੈ, ਇਹ ਕੋਈ ਏਮਪਲੋਇਮੈਂਟ ਓਪਰਚੁਨਿਟੀ ਨਹੀਂ ਹੈਗੀ ਜੀ। ਤੁਸੀਂ ਸਿੱਖਿਆ ਲਈ ਭੇਜਣਾ, ਤੁਸੀਂ ਪਹਿਲਾਂ ਉਹਦੇ ਪੜ੍ਹਾਈ ਦਾ, ਰੋਟੀ ਪਾਣੀ ਦਾ ਅਰੇਂਜਮੈਂਟ ਕਰਨਾ। ਲੋਕੀ ਇੱਥੇ ਪ੍ਰੈਕਟੀਕਲ ਜੀ ਗੱਲ ਲੱਗਦੀ ਨਹੀਂ ਨਾ, ਤੁਸੀਂ ਠੀਕ ਕਹਿ ਰਹੇ ਹੋ, ਜਿਹੜੇ ਪੇਰੈਂਟਸ ਨੇ ਉਹਨਾਂ ਤੱਕ ਗੱਲ ਪਹੁੰਚਦੀ ਹੋਏਗੀ, ਪਰ ਗੱਲ ਤਾਂ ਇਹ ਹੈ ਕਿ ਇੱਕ ਪ੍ਰੈਕਟੀਕਲ ਜੀ ਗੱਲ ਹੈ ਕਿ ਬਹੁਤ ਸਾਰੀ ਵੱਡੀ ਤਾਦਾਦ ਹੈ ਕਿ ਜਿਹੜੇ ਬੱਚੇ ਵਿਦੇਸ਼ ਜਾ ਰਹੇ ਨੇ, ਖਾਸ ਤੌਰ ਤੇ ਕੈਨੇਡਾ, ਉਹ ਪਹਿਲਾਂ ਹੀ ਦਿਮਾਗ ਦੇ ਵਿੱਚ ਰੱਖ ਕੇ ਜਾਂਦੇ ਨੇ ਕਿ ਅਸੀਂ 1-1.5 ਸਾਲ ਦਾ ਕੋਰਸ ਹੈ, ਕਿਸ ਤਰੀਕੇ ਨਾਲ ਪੂਰਾ ਕਰਨਾ, ਉਸ ਤੋਂ ਬਾਅਦ ਅਸੀਂ ਉੱਥੇ ਕੋਈ ਸਟੋਰ, ਕੋਈ ਟੈਕਸੀ ਜਾਂ ਕੋਈ ਟਰੱਕ, ਇਹ ਵਾਲਾ ਕੰਮ ਅਸੀਂ ਉੱਥੇ ਕਰਨ ਲੱਗ ਜਾਣਾ ਤਾਂ ਕਿ ਸਾਨੂੰ ਪੈਸੇ ਬਣਨੇ ਸ਼ੁਰੂ ਹੋ ਜਾਣ। ਇਹ ਫੈਕਟ ਹੈ ਨਾ। ਇਹ ਕਾਰੋਬਾਰ ਉੱਥੇ ਦੀ ਸਰਕਾਰ ਦਾ ਹੈ, ਉੱਥੇ ਦੇ ਲੋਕਾਂ ਦਾ, ਉੱਥੇ ਦੇ ਕਾਲਜਾਂ ਦਾ ਹੈ। ਉਹਨਾਂ ਨੇ ਆਪ ਦੀ ਇਕਨੋਮੀ ਰੱਖੀ ਹੋਈ ਹੈ ਇਹਦੇ ਤੇ ਜੀ। ਵੀ ਦੇਖੋ ਪੁਆਇੰਟ ਜੋ ਪੰਨੂ ਸਾਹਿਬ ਕਹਿ ਰਹੇ ਸੀਗੇ, ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਤੁਹਾਡੇ ਕੋਲ ਜੇਕਰ ਕੋਈ ਸਟੂਡੈਂਟ ਆਉਂਦਾ ਤਾਂ ਤੁਸੀਂ ਉਸ ਨੂੰ ਵਿਦੇਸ਼ ਜਾਣ ਦੀ ਸਲਾਹ ਨਹੀਂ ਦਿੰਦੇ? ਨਹੀਂ, ਦੇਖੋ ਜਾਤੀ ਤੌਰ ਤੇ ਸਾਡਾ ਕਾਰੋਬਾਰ ਹੈ ਜੀ, ਬਿਜ਼ਨਸ ਹੈ ਸਾਡਾ, ਸਾਡੇ ਕੋਲ ਮੁਲਾਜ਼ਮ ਕੰਮ ਕਰਦੇ ਆ। ਅਸੀਂ ਪਹਿਲਾਂ ਜਦੋਂ ਮੇਰੇ ਕੋਲ ਕੋਈ ਆਉਂਦਾ, ਮੈਂ ਉਹਨੂੰ ਪਹਿਲਾ ਸਵਾਲ ਪੁੱਛਦਾ, ਵੀਰ ਤੂੰ ਕਿਉਂ ਜਾਣਾ ਬਾਹਰ?
ਅਗਲਾ ਕਹਿੰਦਾ ਸਰ ਮੈਂ ਨੇ ਨਾ ਸਟੱਡੀ ਵੀਜ਼ਾ ਤੇ ਜਾਣਾ, ਹਿੰਦੀ ਚ ਬੋਲਦੇ ਲੋਕੀ। ਜਦੋਂ ਮੈਂ ਦੂਜੀ ਵਾਰੀ ਪੁੱਛਦਾ ਨਾ ਬਾਈ ਜੀ ਕਿ ਤੁਸੀਂ ਕਿਉਂ ਜਾਣਾ, ਅਗਲਾ ਕਹਿੰਦਾ ਜੀ ਜਿੱਦਾਂ ਸਾਰੇ ਜਾਂਦੇ ਨਾ ਜੀ ਮੈਂ ਵੀ ਉਦਾਂ ਹੀ ਜਾਣਾ ਜੀ। ਸਾਨੂੰ ਉਹ ਮਿੱਥ ਤੋੜਨੀ ਪੈਣੀ ਹੈ। ਜਿਹੜਾ ਬੱਚਾ ਨੇ ਤਾਂ ਮੱਝਾਂ ਗਾਵਾਂ ਨੂੰ ਪੱਠੇ ਪਾਏ ਹੈ, ਜਿਹਨੇ ਖੇਤਾਂ 'ਚ ਕੰਮ ਕਰਤਾ ਹੈ, ਜਿਹੜਾ ਮਜ਼ਦੂਰੀ ਕਰਨ ਜਾਣਾ ਚਾਹੁੰਦਾ ਹੈ ਜੀ, ਏਦਾਂ ਦਾ ਬੱਚਾ ਫਿਰ ਠੰਡ 'ਚ ਰਹਿ ਕੁਝ ਕਰ ਲੂਗਾ। ਇੱਥੇ ਲੋਕੀ ਜ਼ਮੀਨਾਂ ਵੇਚ ਕੇ ਜਾ ਰਹੇ ਆ, ਜਿਨ੍ਹਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਉਹ ਵੀ ਜਾ ਰਹੇ ਆ। ਉਹਨਾਂ ਨਾਲ ਕੀ ਹੈ, ਇਹ ਕਾਰੋਬਾਰ ਹੈ, ਵਪਾਰ ਹੈ। ਜਿਹਨੇ ਲਿਜਾਣਾ ਉਹਨੂੰ ਵੀ ਪੈਸੇ ਮਿਲਣੇ ਆ, ਜਿਹਨੇ ਭੇਜਣਾ ਉਹਨੂੰ ਵੀ ਪੈਸੇ ਮਿਲਣੇ ਆ, ਜਿਹਨੇ ਉੱਥੇ ਪੱਕਾ ਕਰਾਣਾ ਉਹਨੂੰ ਵੀ ਪੈਸੇ ਮਿਲਣੇ ਆ। ਐਂਡ ਜਿਹੜਾ ਜਾ ਰਿਹਾ ਵਿਚਾਰਾ ਉਹਨੂੰ ਤਾਂ ਕੁਝ ਵੀ ਨਹੀਂ ਲੱਭਦਾ ਪਿਆ ਨਾ ਜੀ। ਉਹਨੂੰ ਇਹੀ ਨਹੀਂ ਪਤਾ ਕਿ ਮੈਂ ਉੱਥੇ ਜਾ ਕੇ ਮੈਂ ਯੂਜ਼ ਹੋਣਾ ਵਾ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਪੰਨੂ ਜੀ ਦਾ ਦੁਬਾਰਾ ਰੁਕ ਕਰਦਾ। ਪੰਨੂ ਜੀ, ਮੈਂ ਪੜ੍ਹ ਰਿਹਾ ਸੀਗਾ ਤਾਂ ਇਸ ਦੇ ਜਿਹੜੇ ਹੋਰ ਰੂਲਸ ਬਦਲੇ ਗਏ ਨੇ ਉਹਨਾਂ ਦੇ ਵਿੱਚ ਇੱਕ ਵਰਕ ਪਰਮਿਟ ਦਾ ਵੀ ਰੂਲ ਹੈ ਕਿ ਜਦੋਂ ਤੁਹਾਡੀ ਸਟੱਡੀ ਤੋਂ ਬਾਅਦ ਤੁਹਾਨੂੰ ਵੀਜ਼ਾ ਵਰਕ ਪਰਮਿਟ ਜਾਂਦਾ ਹੈ ਤਾਂ ਉਹ 18 ਮਹੀਨੇ ਲਈ ਐਕਸਟੈਂਡ ਵੀ ਹੋ ਜਾਂਦਾ ਹੈ। ਤੇ ਜੋ ਮੈਂ ਸਮਝ ਪਾ ਰਿਹਾ ਸੀ ਕਿ ਉਹ 18 ਮਹੀਨੇ ਜਿਹੜਾ ਵਧਾਇਆ ਜਾ ਸਕਦਾ ਵੀਜ਼ਾ ਹੁਣ ਬੰਦ ਹੋ ਜਾਏਗਾ ਨਵੇਂ ਰੂਲਸ ਦੇ ਮੁਤਾਬਿਕ 1 ਜਨਵਰੀ ਤੋਂ। ਕੀ ਇਹ ਇੰਪੈਕਟ ਕਰੇਗਾ ਬੱਚਿਆਂ ਨੂੰ? ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਦੇਖ ਰਹੇ ਹੋ ਉੱਥੇ? Let me appreciate Mr. Vinay and the Professor ਸਾਹਿਬ। ਮਿਸਟਰ ਹਰੀ ਨੇ ਜੋ ਗੱਲਾਂ ਕਹੀਆਂ ਵਾ ਕਰੈਕਟ ਕਹੀਆਂ ਹਨ, ਲੇਕਿਨ ਇਹਦੇ ਵਿੱਚ ਆਪਾਂ ਇਹ ਕਹਿ ਦਈਏ ਕਿ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸ਼ੋਸ਼ਣ ਬੱਚੇ ਹੁੰਦੇ ਹਨ ਕੁਝ ਆਪਣੀਆਂ ਮਜਬੂਰੀਆਂ ਕਰਕੇ। ਜੋ ਇਹਨਾਂ ਨੇ ਕਿਹਾ ਪ੍ਰੋਫੈਸਰ ਸਾਹਿਬ ਨੇ ਐਗਜ਼ੈਕਟਲੀ ਦਾ ਸਿਚੁਏਸ਼ਨ ਠੀਕ ਹੈ, ਹਰੀ ਸਾਹਿਬ ਦੀ ਠੀਕ ਹੈ ਕਿ ਸਾਨੂੰ ਅਵੇਅਰ ਲੋਕਾਂ ਨੂੰ ਕਰਨਾ ਪਵੇਗਾ, ਐਜੂਕੇਟ ਕਰਨਾ ਪਵੇਗਾ। ਜੇਕਰ ਬੱਚੇ ਪੜ੍ਹਨ ਜਾ ਰਹੇ ਹਨ ਜਾਂ ਕੰਮ ਕਰਨ ਜਾ ਰਹੇ ਹਨ, ਇਹ ਜਿਹੜੀ ਤੁਸੀਂ ਗੱਲ ਕੀਤੀ ਕਿ 18 ਮਹੀਨੇ ਦਾ ਜਿਹੜਾ ਵਾ ਵਰਕ ਪਰਮਿਟ, ਇਹ ਡਿਪੈਂਡ ਕਰੇਗਾ ਇੰਡੀਵਿਜੂਅਲ ਕੱਲੇ ਤੇ ਕਿ ਉਹਨਾਂ ਨੇ ਕੰਮ ਦੇ ਵਿੱਚ ਪਰਫਾਰਮ ਕਿੱਦਾਂ ਕੀਤਾ, ਕੀ ਕੰਪਨੀ ਉਹਨਾਂ ਨੂੰ ਦੁਬਾਰਾ ਲੈਟਰ ਦੇਵੇਗੀ, ਕਿ ਉਹਨਾਂ ਨੂੰ ਚਾਹੁੰਦੀ ਹੈ ਕਿ ਜੌਬਸ ਘਟ ਰਹੀਆਂ ਹਨ ਡਿਊ ਟੂ ਰਿਸੈਸ਼ਨ। ਅਜੇ ਆਫੀਸ਼ੀਅਲੀ ਰਿਸੈਸ਼ਨ ਆਇਆ ਨਹੀਂਗਾ ਕਿਉਂਕਿ 2 ਟਰਮ ਇਹ ਮਾਈਨਸ 'ਚ ਨਹੀਂ ਗਿਆ। ਜੇਕਰ 2 ਟਰਮ ਮਾਈਨਸ ਦੇ ਵਿੱਚ ਗਰੋਥ ਚਲੇਗੀ ਤੇ ਫਿਰ ਰਿਸੈਸ਼ਨ ਕਹਿ ਦਿੱਤਾ ਜਾਏਗਾ। ਸੋ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਗਵਰਨਮੈਂਟ ਦੀ, ਵੇਖੋ 9 ਲੱਖ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੇ ਪੜ੍ਹਨ ਆਏ ਵੱਖ-ਵੱਖ ਦੇਸ਼ਾਂ ਦੇ ਵਿੱਚੋਂ। ਸੋ ਜਿਹੜੀ ਕੈਨੇਡਾ ਦੇ ਵਿੱਚ ਲਗਭਗ 3.5 ਤੋਂ 4 ਲੱਖ ਪਰ ਈਅਰ ਇਮੀਗ੍ਰੇਸ਼ਨ ਦੇਣ ਦਾ ਇਹਨਾਂ ਦਾ ਇੱਕ ਰੱਖਿਆ ਹੈ, ਪੁਆਇੰਟ ਰੱਖਿਆ ਕਿ 4 ਲੱਖ 3.5 ਲੱਖ। ਇਹ ਡਿਪੈਂਡ ਕਰਦਾ ਹੁੰਦਾ 1% ਟੋਟਲ ਪਾਪੂਲੇਸ਼ਨ ਦੀ ਜਿਹੜੀ ਹੁੰਦੀ ਹੈ ਉਹਨੂੰ ਇਮੀਗ੍ਰੈਂਟ ਦੇਣਾ। ਇਹਦੇ ਵਿੱਚ 4 ਲੱਖ ਦੇ ਵਿੱਚ ਹੋਰ ਵੀ ਕੈਟਾਗਰੀ ਹੁੰਦੀਆਂ ਹਨ। ਇਸ ਕਰਕੇ ਇਹ ਜੇਕਰ 9 ਲੱਖ ਸਟੂਡੈਂਟ ਨੂੰ ਇਹਨਾਂ ਨੇ ਪੱਕੇ ਕਰਨਾ ਵਾ ਤੇ ਉਸ ਨੂੰ ਬੜਾ ਸਮਾਂ ਲੱਗੇਗਾ। ਸੋ 18 ਮਹੀਨੇ ਦਾ ਡਿਪੈਂਡ ਕਰਦਾ ਵਾ। ਉਹਦੇ ਵਿੱਚੋਂ ਕਈਆਂ ਨੂੰ ਵਰਕ ਪਰਮਿਟ ਰਿਨਿਊ ਨਹੀਂ ਹੋਣਾ, ਕਈਆਂ ਕੋਲ ਜੌਬਸ ਨਹੀਂ ਹੋਣੀ, ਕਈਆਂ ਨੇ ਕਿਸੇ ਨਾਲ ਲੜਾਈ ਝਗੜਾ ਕਰ ਲਿਆ, ਕਾਰ ਤੇਜ਼ ਦੌੜਾ ਲਈ ਜਾਂ ਕੁੱਟਮਾਰ ਕਰ ਲਈ, ਤੇ ਜੇ ਉਹਨਾਂ ਦਾ ਕੇਸ ਹੋ ਗਿਆ ਤੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ, ਉਹਨਾਂ ਨੂੰ ਵਾਪਸ ਆਉਣਾ ਪੈਣਾ। ਸੋ ਮੇਕ ਸ਼ੋਰ ਕਿ ਜਦੋਂ ਇੰਡੀਆ ਤੋਂ ਆਉਂਦੇ ਆ, ਮਿਸਟਰ ਹੈਰੀ ਜੀ ਪਲੀਜ਼ ਸਾਰੇ ਕੰਸਲਟੈਂਟਸ ਨੂੰ ਬੇਨਤੀ ਹੈ ਕਿ ਰੀਅਲ ਪਿਕਚਰ ਦਿਖਾਈ ਜਾਵੇ। ਇੱਕ ਭੇਡ ਚਾਲ, ਜਿੱਦਾਂ ਪਹਿਲੋਂ ਆਪਾਂ ਸ਼ਬਦ ਵਰਤਿਆ ਸੀ, ਭੇਡ ਚਾਲ ਦੇ ਤੌਰ ਤੇ ਨਾ ਪਹਿਲੋਂ ਕੈਪੇਬਿਲਿਟੀ ਵੇਖੀ ਜਾਵੇ ਕਿ ਸਾਡਾ ਬੱਚਾ ਇਹ ਕੈਪੇਬਲ ਆ ਕੰਮ ਕਰਨ ਦੇ। ਪਹਿਲੋਂ ਉਹਨਾਂ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਆਦਤ ਪਾਈ ਜਾਵੇ, ਖੇਤਾਂ ਦੇ ਵਿੱਚ ਕੰਮ ਕਰਾਇਆ ਜਾਵੇ, ਦੁਕਾਨਾਂ ਤੇ ਬਾਇਆ ਜਾਵੇ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਨਿੱਕੇ ਸਕਿੱਲ ਜਿੱਦਾਂ ਪਲੰਬਿੰਗ ਹੁੰਦੀ ਹੈ, ਇਲੈਕਟ੍ਰੀਸ਼ੀਅਨ ਹੁੰਦੇ ਹਨ, ਬਾਡੀ ਵਰਕ ਹੈ, ਕਾਰ ਬਾਡੀ ਵਰਕ ਹੈ, ਇੰਜਨ ਵਰਕ ਹੈ, ਇਹ ਕੰਮ ਨਿੱਕੇ ਜਿਹੜੀ ਆ ਉਹ ਸਿਖਾਏ ਜਾਣ। ਕਿਚਨ ਕੈਬਨਿਟ ਦਾ ਕੰਮ ਸਿਖਾਇਆ ਜਾਵੇ। ਉਹਦੇ ਤੋਂ ਬਾਅਦ ਜਦੋਂ ਬੱਚਾ ਇੱਥੇ ਆਏਗਾ ਉਹਦੇ ਰਿਲੇਟਡ ਜੇਕਰ ਉਹ ਜੌਬ ਲਵੇਗਾ ਤੇ ਉਹਨੂੰ ਈਜ਼ੀਲੀ ਮਿਲ ਜਾਏਗੀ। ਇੱਥੇ ਸਟਿਲ ਅਜੇ ਬਹੁਤ ਸਾਰੇ ਕਾਮਿਆਂ ਦੀ ਲੋੜ ਹੈ। ਉਹ ਕਿਹੜੇ ਜਿਹੜੇ ਕਿ ਹਾਈਲੀ ਐਜੂਕੇਟਡ ਹਨ, ਜਿਸ ਤਰ੍ਹਾਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਕਿਹਾ। ਮੈਨੂੰ ਲੱਗਦਾ ਕਿ ਰੀਅਲ ਪਿਕਚਰ ਹੁਣ ਕੌਣ ਦਿਖਾਏਗਾ? ਕੰਸਲਟੈਂਟਸ ਦਿਖਾਉਣਗੇ, ਨਹੀਂ ਦਿਖਾਉਣਗੇ? ਇੱਕ ਵੱਡਾ ਸਵਾਲ ਜ਼ਰੂਰ ਹੈ। ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਮੈਂ ਇੱਕ ਛੋਟਾ ਰਿਐਕਸ਼ਨ ਸਾਰਿਆਂ ਤੋਂ ਲਵਾਂਗਾ। ਪਹਿਲਾਂ ਪ੍ਰੋਫੈਸਰ ਸਾਹਿਬ, ਤੁਸੀਂ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਦਾ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਕਿ ਇੱਕ ਇੰਡੀਆ ਨੇ ਪਹਿਲਾਂ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਦੇ ਲਈ ਵੀਜ਼ਾ ਬੰਦ ਕਰ ਦਿੱਤਾ ਸੀ, ਬਾਅਦ ਦੇ ਵਿੱਚ ਬਹਾਲ ਕਰ ਦਿੱਤਾ, ਕਿ ਰਿਟੈਲੀਏਟ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਇਹਨਾਂ डिसीजंस ਦੇ ਨਾਲ, कि ज्यादा इंपैक्ट भारतीयों के उत्ते होना है? नहीं, नेचुरली देखिए स्टाफ को भी कम किया था, अगर आपको याद होगा एम्बेसी में। तो जब रिलेशन अच्छे नहीं होते, तो पन्नू साहब खुद बता रहे हैं जैसे कि रिसेशन की बात है या जो कठिन सिचुएशन तो होती जा रही है, जीवन हर जगह कठिन होता जा रहा है, तो नेचुरली
वहां पर भी उन्होंने अपना भी बताया कि स्ट्रगल करना पड़ता है। बहुत सारे ऐसे लोग हैं जो बाद में यहाँ से जाते हैं और वो वापस आना भी उनके लिए मुश्किल होता है, तो वो फंस जाते हैं क्योंकि वो यहाँ से माँ बाप ने भेजा होता है। तो कई तरह की, आपको पता है पंजाब में तो बहुत सारे लोगों ने इस पे कहानियां लिखी हैं, नाटक लिखे हैं जो वहां के लोगों की त्रासदी पे। तो वो एक कठिनाई है, वो अलग बात है। अब जहां तक रिलेशन की बात है, देखो एक फर्क हमेशा पड़ता है। अगर आप भारत और पाकिस्तान की बात कर लें या किन्हीं भी देश की बात कर लें, तो वो कितना भी हम कह लें, हम भारत पाकिस्तान में भी ये कहते हैं कि जी नहीं जी लोग अच्छे हैं, दोनों तरफ एक दूसरे को मानते हैं, बट कितना फर्क है। आज वहां जाना कितना मुश्किल है, अगर आप चाहें भी तो नहीं जा सकते। तो जो सरकारों के बीच में रिलेशन होते हैं, अगर उसमें कोई तनातनी आती है तो जाहिर सी बात है कि बच्चों के मन में, उनके पेरेंट्स के मन में चिंता घर कर जाती है ना। तो जो परसेप्शन है, मैं नहीं कह रहा कि उसका कोई डायरेक्ट वो है, जो लोग वहां पर रह रहे हैं, जैसे पन्नू साहब रह रहे हैं, वो उनको कोई अभी समस्या आ रही हो ऐसा नहीं है, लेकिन और कुछ तो विदेश में जाके समस्या आती ही है। जो लोग लोकल है, आपको पता है अमेरिका में जिस समय 9/11 का हमला हुआ था, तो उसमें भारत का कोई रोल नहीं था, लेकिन वहां पर भारतीयों को भी कई जगह पर प्रॉब्लम आ गई। बिल्कुल। तो एक आप जब दूसरे देश में होते हैं, तो अब अगर उस दूसरे देश में आपकी अपनी एम्बेसी अगर आपको समय पर कोऑपरेट नहीं कर रही, या मान लो बंद है, या वहां स्टाफ कम हो गया या रोक दिया है, तो एक बच्चों को चिंता तो हो जाती है। तो उस दृष्टि से अगर आप कहें तो जो ये रिलेशन अभी चल रहे हैं, वो भारत से जो लोग कनाडा जाते हैं या जो जाने की एस्पायर करते हैं, उनके लिए थोड़ा सा उनकी और जो चिंता है, जैसे एक तो ये फाइनेंशियल बात हो गई, उसको बढ़ाता है, तो वो दूर हो जाए तो अच्छी बात है। ठीक, हमें यही कामना करनी चाहिए। लेकिन वो किस तरह से दूर होगी एक बड़ा सवाल है। देखिए दोनों देशों के रिलेशंस तो ये इस समय इंडिकेट जरूर कर रहे हैं कि आने वाले दिनों में कुछ और डिसीजंस हो सकते हैं जो स्पेसिफिकली भारतीयों के लिए हो, या फिर उसका इंपैक्ट ज्यादा भारतीय के ऊपर हो। विनय हरी जी, एक बहुत छोटा ਜਿਹਾ ਕਮੈਂਟ ਆਖਿਰ ਦੇ ਵਿੱਚ ਜਿੱਥੋਂ ਮੈਂ ਸਟਾਰਟ ਕਰਿਆ ਸੀ ਉੱਥੇ ਹੀ ਪਹੁੰਚਾਂਗਾ, ਕਿੰਨੇ ਪੈਸੇ ਜ਼ਿਆਦਾ ਅਰੇਂਜ ਕਰਨ ਬੱਚੇ? ਗੌਰਵ ਜੀ ਇੱਕ ਚੀਜ਼ ਸਮਝਣੀ ਪੈਣੀ ਹੈ, ਕਾਮਿਆਂ ਦੀ ਲੋੜ ਹੈ, ਪੰਨੂ ਸਾਹਿਬ ਨੇ ਕਿਹਾ ਕੰਮ ਕਰਨ ਵਾਲਿਆਂ ਦੀ ਲੋੜ ਹੈ, ਮਜ਼ਦੂਰਾਂ ਦੀ ਲੋੜ ਹੈ, ਦਿਹਾੜੀ ਵਾਲੇ ਦੀ ਲੋੜ ਹੈ। ਜਿਹੜਾ ਇੱਥੋਂ ਇਹ ਸੋਚਦਾ ਨਾ ਵੀ ਮੈਂ ਪੜ੍ਹ ਕੇ ਉੱਥੇ ਬਾਊ ਬਣ ਜਾਣਾ, ਬਿਲਕੁਲ ਨਾ ਜਾਓ। ਕੋਈ ਪੜ੍ਹਾਈ ਪੜੂਈ ਵਾਲਾ ਕੰਮ ਨਹੀਂ ਹੈਗਾ। ਸਸਤੇ ਲੋਕ ਜਿਨ੍ਹਾਂ ਨੂੰ ਕੰਮ ਕਰਨਾ ਆਉਂਦਾ ਜੀ, ਮਿਸਤਰੀ ਹੈ, ਕਿਸੇ ਨੂੰ ਕੰਮ ਕਰਨਾ ਆਉਂਦਾ, ਕੋਈ ਹੱਥ ਦਾ ਕੰਮ ਜਾਣਦਾ, ਮਿਹਨਤ ਮਜ਼ਦੂਰੀ ਕੀਤੀ ਹੈ, ਉਹਦੇ ਲਈ ਕੈਨੇਡਾ ਬਹੁਤ ਵਧੀਆ ਹੈ। ਠੀਕ ਹੈ। ਜਿਹੜਾ ਇਹ ਸੋਚਦਾ ਵੀ ਮੈਂ ਉੱਥੇ ਪੜ੍ਹ ਕੇ ਡਿਗਰੀ ਕਰਕੇ ਮੈਨੂੰ ਕੁਝ ਮਿਲ ਜੂਗਾ, ਕੁਝ ਨਹੀਂ ਮਿਲਣਾ ਉੱਥੋਂ। ਉੱਥੇ ਆਲਰੇਡੀ ਜੌਬਸ ਦੀਆਂ ਕਮੀਆਂ, ਉੱਥੇ ਕੰਮ ਕਰਨ ਵਾਲਿਆਂ ਦੀ ਲੋੜ ਹੈ। ਜਿਹੜਾ ਹੱਥ ਦਾ ਕੰਮ ਕਰ ਸਕਦਾ, ਜਿਹੜਾ ਦਿਹਾੜੀ ਲਾ ਸਕਦਾ, ਜਿਹੜਾ ਮਜ਼ਦੂਰੀ ਕਰ ਸਕਦਾ, ਜਿਹਨੇ ਪੇਚਕਸ ਪਲਾਸ ਕਦੀ ਚਲਾਇਆ, ਜਿਹਦਾ ਮਾਈਂਡ ਇਦਾਂ ਦਾ ਵੀ ਮੈਂ ਕੋਈ ਇੰਜੀਨੀਅਰ ਬਣਨਾ, ਉਹ ਜ਼ਰੂਰ ਜਾਵੇ। ਉਹਦੇ ਲਈ ਕੈਨੇਡਾ ਬਹੁਤ ਵਧੀਆ ਕੰਟਰੀ ਹੈ। ਠੀਕ ਹੈ, ਠੀਕ ਹੈ, ਚਲੋ ਇਹ ਤਾਂ ਕਲੀਅਰ ਹੈ। ਬਹੁਤ ਸਾਰੇ ਇੱਥੋਂ ਹੀ ਕਲੀਅਰ ਹੋ ਕੇ ਜਾਂਦੇ ਨੇ ਨਾ, ਕਈਆਂ ਨੂੰ ਪਤਾ ਕਿ ਅਸੀਂ ਉੱਥੇ ਜਾ ਕੇ ਕੰਮ ਕੀ ਕਰਨਾ ਹੈ, ਕਿ ਅਸੀਂ ਉੱਥੇ ਜਾ ਕੇ ਆਪਣਾ ਕਿਸੇ ਸਟੋਰ ਦੇ ਵਿੱਚ ਲੱਗ ਜਾਣਾ ਹੈ, ਜਾਂ ਫਿਰ ਪਲੰਬਰ ਦਾ ਕੰਮ, ਇਲੈਕਟ੍ਰੀਸ਼ੀਅਨ ਦਾ ਕੰਮ ਸ਼ੁਰੂ ਕਰ ਲੈਣਾ ਹੈ, ਜਾਂ ਉੱਥੇ ਕਿਸੇ ਦੇ ਨਾਲ ਲੱਗ ਜਾਵਾਂਗੇ, ਸਾਡਾ ਕੋਈ ਫਲਾਣਾ ਰਿਸ਼ਤੇਦਾਰ ਲੱਗਿਆ ਹੋਇਆ ਹੈ। ਇਹ ਸਾਰੀਆਂ ਗੱਲਾਂ ਇੱਥੇ ਹੁੰਦੀਆਂ ਨੇ, ਆਪਾਂ ਜਾਣਦੇ ਹਾਂ। ਤੁਹਾਡੇ ਕੋਲ ਜਿਹੜੇ ਆਉਂਦੇ ਹੋਣਗੇ ਉਹ ਜ਼ਿਆਦਾ ਗੱਲ ਕਰਦੇ ਹੋਣਗੇ। ਪੰਨੂ ਜੀ, ਇੱਕ ਫਾਈਨਲ ਰਿਐਕਸ਼ਨ ਤੁਹਾਡਾ ਚਾਹੀਦਾ ਹੈ। ਇੱਕ ਤਾਂ ਇੰਡੀਆ ਕੈਨੇਡਾ ਦੇ ਰਿਲੇਸ਼ਨਸ, ਕਿ ਉਸ ਦਾ ਇੰਪੈਕਟ ਹੈ ਇਸ ਦੇ ਉੱਤੇ, ਤੇ ਨੈਕਸਟ ਪੁਆਇੰਟ ਇਹ ਕਿ ਜਿਹੜੇ ਬੱਚੇ ਉੱਥੇ ਜਾ ਕੇ ਕੋਈ ਸਟੱਡੀ ਕਰਨਾ ਚਾਹੁੰਦੇ ਨੇ, ਜਾਂ ਸਟੱਡੀ ਕਰਕੇ ਕਿ ਉੱਥੇ ਦੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਜੌਬ ਹਾਸਲ ਕਰਨਾ ਚਾਹੁੰਦੇ ਨੇ, ਕਿ ਉਹਨਾਂ ਦੇ ਲਈ ਇਹ ਸਹੀ ਪਲੇਟਫਾਰਮ ਨਹੀਂ ਹੈ, ਜਾਂ ਸਹੀ ਸਮਾਂ ਨਹੀਂ ਹੈ ਕੈਨੇਡਾ ਮੂਵ ਕਰਨ ਦਾ? ਜੀ, ਜਿਹੜਾ ਤੁਸੀਂ ਕੈਨੇਡਾ ਔਰ ਇੰਡੀਆ ਦੇ ਇਸ ਵੇਲੇ ਰਿਲੇਸ਼ਨ ਦੀ ਗੱਲ ਕੀਤੀ ਹੈ ਜੀ, ਕੈਨੇਡਾ ਵੱਲੋਂ ਕਦੀ ਵੀ ਇਸ ਹਿਸਾਬ ਨਾਲ ਰਿਐਕਟ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਪਾਸਟ ਦੇ ਵਿੱਚ ਇੰਡੀਆ ਨੇ ਕੀਤਾ ਕਿ ਸਾਰੇ ਵੀਜ਼ੇ ਬੰਦ ਕਰ ਦਿਓ। ਕੈਨੇਡਾ ਡਿਪਲੋਮੈਟਿਕ ਤਰੀਕੇ ਨਾਲ ਇੱਥੇ ਕੰਮ ਕਰਦਾ ਹੈ। ਕੋਈ ਵੀ ਆ, ਇਹ ਪਹਿਲਾਂ ਡਿਪਲੋਮੈਸੀ ਵਰਤਦੇ ਹਨ, ਜੇਕਰ ਉਹ ਨਹੀਂ ਦੈਨ ਦੇ ਟੇਕ ਐਕਸ਼ਨ। ਬਹੁਤ ਵਾਰੀ ਇੱਥੇ ਇਹ ਚੀਜ਼ ਵੇਖਣ ਦੇ ਵਿੱਚ ਆਉਂਦੀ ਹੈ ਕਿ ਦੂਸਰੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਕਿ ਜਿਹੜੀ ਵੀ ਪ੍ਰੋਬਲਮ ਆ ਉਸਨੂੰ ਟੇਬਲ ਤੇ ਬੈਠ ਕੇ ਸੁਲਝਾਇਆ ਜਾਵੇ, ਨਾ ਕਿ ਉਹਦੇ ਤੇ ਬਹੁਤ ਹਾਰਡ ਰਿਐਕਟ ਕੀਤਾ ਜਾਵੇ। ਸੋ ਇਹ ਦੇਸ਼ਾਂ ਨੂੰ ਅੰਡਰਸਟੈਂਡ ਕਰਨਾ ਪਵੇਗਾ, ਆਪਣੇ ਦੇਸ਼ ਨੂੰ ਅੰਡਰਸਟੈਂਡ ਕਰਨਾ ਪਵੇਗਾ, ਇੰਡੀਆ ਨੂੰ, ਕਿ ਜੇਕਰ ਕੋਈ ਦਿੱਕਤ ਆਉਂਦੀ ਹੈ, ਕਿਉਂਕਿ ਹੁਣ ਲਾਰਜ ਨੰਬਰ ਆਫ ਕਮਿਊਨਿਟੀ ਜਿਹੜੀ ਆ ਕੈਨੇਡਾ ਦੇ ਵਿੱਚ ਭਾਰਤੀ ਵੱਖ-ਵੱਖ ਇਲਾਕਿਆਂ ਚੋਂ ਇੱਥੇ ਹੈ। ਸੋ ਇਹ ਆਉਣ ਵਾਲੇ ਟਾਈਮ 'ਚ ਵੀ ਅਜਿਹੀਆਂ ਦਿੱਕਤਾਂ ਆਉਣੀਆਂ। ਸੋ ਇਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਦੋਂ ਕੋਈ ਇਹੋ ਜਿਹੀ ਮੁਸ਼ਕਲ ਆਉਂਦੀ ਹੈ, ਉਹਨੂੰ ਡਿਪਲੋਮੈਸੀ ਨਾਲ, ਡਿਪਲੋਮੈਟਿਕ ਤਰੀਕੇ ਨਾਲ ਵਰਤਿਆ ਜਾਵੇ, ਦੈਨ ਦੇयर ਵੋਂਟ ਬੀ ਐਨੀ ਪ੍ਰੋਬਲਮ। ਕਿਉਂਕਿ ਕੈਨੇਡਾ ਇੱਕ ਬੜੇ ਤਰੀਕੇ ਨਾਲ ਗੱਲ ਕਰਨ ਵਾਲਾ ਦੇਸ਼ ਹੈ। ਦੂਸਰੀ ਗੱਲ ਤੁਸੀਂ ਕੀਤੀ ਹੈ, ਇੱਥੇ ਕੈਨੇਡਾ ਦੇ ਵਿੱਚ ਜੇਕਰ ਲੈਟਸ ਸੇ ਬ੍ਰਿਕ ਲੇਅਰ ਹੈ ਜਿਹੜਾ ਆਪਣੇ ਇੱਟਾਂ ਲਾਉਂਦਾ ਹੈ, ਹੈਰੀ ਜੀ ਨੂੰ ਪਤਾ ਹੋਵੇਗਾ
ਬ੍ਰਿਕਲੇਅਰ ਲਗਭਗ 35 ਤੋਂ $40 $50 ਘੰਟੇ ਦੇ ਵੀ ਚਾਰਜ ਕਰਦਾ। ਇੱਕ ਗਾਰਬੇ ਉਠਾਉਣ ਵਾਲਾ $35 ਉਹਦੇ ਕੋਲ ਟਰੱਕ ਹੁੰਦਾ ਵਾ, ਟਰੱਕ ਨੇ ਹੀ ਉਹਦੇ ਆਟੋਮੈਟਿਕ ਉਹਨਾਂ ਨੇ ਗਾਰਬੇ ਚੁੱਕਣਾ ਹੁੰਦਾ ਹੈ। ਉਹ ਜੌਬ ਸਿਟੀ ਦੀ ਹੁੰਦੀ ਆ, ਜੌਬ ਛੇਤੀ ਕਿਤੇ ਨਹੀਂ ਮਿਲਦੀ ਕਿਉਂਕਿ ਉਹ ਹਾਈਲੀ ਪੇਡ ਹੈ। ਕੋਈ ਵੀ ਕੰਮ ਹੈ ਇੱਥੇ ਲੇਬਰ ਇੰਡੀਆ ਵਾਲੀ ਲੇਬਰ ਦੇ ਮੁਕਾਬਲੇ ਨਾ ਅੰਡਰਸਟੈਂਡ ਕੀਤੀ ਜਾਵੇ, ਇੱਥੇ ਕੋਈ ਵੀ ਕੰਮ ਹੈ ਉਹਦੇ ਵਿੱਚ ਤੁਹਾਨੂੰ ਲੇਬਰ ਦੀ ਪੂਰੀ ਜਿੰਨੀ ਤਨਖਾਹ ਹੁੰਦੀ ਆ ਉਹ ਮਿਲਦੀ ਹੈ। ਸੋ ਇਸ ਕਰਕੇ ਸਾਰੇ ਅਫਸਰ ਨਹੀਂ ਬਣਨਾ ਜਿੱਦਾਂ ਆਪਾਂ ਨੂੰ ਇੰਡੀਆ ਦੇ ਵਿੱਚ ਆਪਣੇ ਪੇਰੈਂਟਸ ਨੇ ਆਪਣੇ ਲੋਕਾਂ ਨੇ ਇਹ ਬਹੁਤ ਇੱਕ ਨਿੱਕੇ ਹੁੰਦਿਆਂ ਜਹਿਨ ਦੇ ਵਿੱਚ ਬਾਤ ਦਿੱਤੀ ਜਾਂਦੀ ਹੈ, ਮੇਰਾ ਪੁੱਤ ਅਫਸਰ ਬਣੂਗਾ, ਮੇਰਾ ਪੁੱਤ ਆ ਬਣੂ, ਡੀਸੀ ਬਣੂ। ਇਹ ਨਹੀਂ ਉਹ ਕਹਿੰਦੇ ਕਿ ਮੇਰੇ ਬੱਚੇ ਨੂੰ ਕੋਈ ਸਕਿੱਲ ਆਉਣਾ ਚਾਹੀਦਾ ਹੈ। ਸਕਿੱਲ ਕਿਤੇ ਵੀ ਬੰਦਾ ਫੇਲ ਨਹੀਂ ਹੁੰਦਾ, ਇੰਡੀਆ 'ਚ ਨਹੀਂ ਫੇਲ ਹੁੰਦਾ, ਬਾਹਰਲੇ ਦੇਸ਼ਾਂ 'ਚ ਵੀ। ਸੋ ਸਾਨੂੰ ਆਪਣੇ ਬੱਚਿਆਂ ਨੂੰ ਸਕਿੱਲ ਸਿਖਾਉਣਾ ਚਾਹੀਦਾ, ਨਾ ਕਿ ਉਹਨਾਂ ਨੂੰ ਹਵਾ ਦੇ ਕੇ ਅਫਸਰ ਕਹਿਣਾ ਭਈ ਅਫਸਰ ਬਣੋ ਅਫਸਰ ਫਿਊ ਹੁੰਦੇ ਹਨ। ਮਤਲਬ ਘੱਟੋ ਘੱਟ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੋਵੇ, ਉਹ ਚਾਹੇ ਇੰਡੀਆ ਦੇ ਵਿੱਚ ਰਹਿਣ ਚਾਹੇ ਕੈਨੇਡਾ ਦੇ ਵਿੱਚ ਰਹਿਣ, ਕਿ ਉਹਨਾਂ ਨੂੰ ਗਰਾਊਂਡ ਰਿਐਲਿਟੀ ਤੇ ਆਪਣੇ ਸਕਿੱਲ ਬਾਰੇ ਪਤਾ ਹੋਵੇ ਕਿ ਮੈਂ ਕੀ ਕਰ ਸਕਦਾ ਜਾਂ ਕੀ ਕਰਨ ਜੋਗਾ ਹੈਗਾ। ਚਲੋ ਸਰ, ਸ਼ੁਕਰੀਆ, ਬਹੁਤ ਧੰਨਵਾਦ। ਤੁਸੀਂ ਕੈਨੇਡਾ ਤੋਂ ਸਾਡੇ ਨਾਲ ਜੁੜੇ ਵਿਨੇ ਹਰੇ ਜੀ, ਤੁਹਾਡਾ ਵੀ ਧੰਨਵਾਦ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ।